ਮਹੱਲਾ ਪੰਜਵਾ। ਘਰ ਤੀਜਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਧੰਨ ਗੁਰੂ ਅਰਜਨ ਦੇਵ ਜੀ ਦਾ ਇਹ ਪਾਵਨ ਪਵਿੱਤਰ ਸ਼ਬਦ ਅਸ਼ਟਪਦੀ ਦੇ ਰੂਪ ਦੇ ਵਿੱਚ ਸੂਹੀ ਰਾਗਣੀ ਦੇ ਅੰਦਰ ਦਰਜ ਕੀਤਾ ਹੈ, ਜਿਸ ਨੂੰ ਸੁਰ ਤਾਲ ਦੇ ਤੀਸਰੀ ਘਰ ਦੇ ਅੰਦਰ ਗਾਇਨ ਕਰਨ ਦਾ ਹੁਕਮ ਹੈ। ਤਿੰਨ ਤਾਲਾ ਸ਼ਬਦ ਹੈ ਇਹ। ਅੱਗੇ ਗੁਰੂ ਮਹਾਰਾਜ ਜੀ ਵਸਤੂ ਨਿਰਦੇਸ਼ਕ ਮੰਗਲਾਚਰਨ ਕਰਦੇ ਹਨ। ਇੱਕ ਅਦੁੱਤੀ ਬ੍ਰਹਮ ਓੰਕਾਰ ਸਰਬ ਕਾ ਪ੍ਰਕਾਸ਼ਕ ਸਤ ਗੁਰ ਚੇਤਨ ਰੂਪ ਪ੍ਰਸਾਦ ਆਨੰਦ ਸਰੂਪ। ਸਤ ਚਿਤ ਆਨੰਦ ਸਚਿਦਾਨੰਦ। ਸਨਾਤਨ ਧਰਮ ਦੇ ਵਿੱਚ ਇਹਨੂੰ ਆਖਿਆ ਜਾਂਦਾ ਹੈ ਸਤਿਅਮ ਸ਼ਿਵਮ ਸੁੰਦਰਮ। ਗੁਰੂ ਨਾਨਕ ਦੇਵ ਜੀ ਨੇ ਜਪਜੀ ਸਾਹਿਬ ਦੇ ਅੰਦਰ ਇਸ ਦੀ ਵਡਿਆਈ ਨੂੰ ਇਸ ਤਰ੍ਹਾਂ ਬਿਆਨ ਕੀਤਾ ਹੈ। ਸਤ ਸੁਹਾਨ ਸਦਾ ਮਨ ਚਾਓ। ਸਤ ਉਹ ਸਤ ਸਰੂਪ ਹੈ, ਸੁਹਾਨ ਸਭ ਤੋਂ ਸੋਹਣਾ ਹੈ, ਸਦਾ ਮਨ ਚਾਓ ਤੇ ਸਦਾ ਆਨੰਦ ਦੇ ਵਿੱਚ ਰਹਿੰਦਾ ਹੈ। ਇਹ ਉਸ ਦੀ ਵਿਸ਼ੇਸ਼ਤਾ ਹੀ ਹੈ, ਉਸ ਦੇ ਗੁਣ ਨੇ। ਉਹ ਨਾਸ ਤੋਂ ਰਹਿਤ ਹੈ, ਸਤ ਸਰੂਪ ਹੈ, ਸਭ ਤੋਂ ਸੋਹਣਾ ਹੈ, ਸੁਹਾਨ ਸੁੰਦਰਮ ਸਭ ਤੋਂ ਸੋਹਣਾ ਹੈ। ਸਦਾ ਮਨ ਚਾਓ, ਉਸ ਦੇ ਮਨ ਦੇ ਵਿੱਚ ਸਦਾ ਚਾਅ ਖੇੜਾ ਬਣਿਆ ਰਹਿੰਦਾ, ਭਾਵ ਆਨੰਦ ਦੇ ਵਿੱਚ ਰਹਿੰਦਾ ਹੈ। ਆਨੰਦਪੁਰ ਸਾਹਿਬ ਦੀ ਧਰਤੀ ਤੇ ਧੰਨ ਗੁਰੂ ਮਹਾਰਾਜ ਜੀ ਨੇ ਜਿੱਥੇ 52 ਕਵੀ ਰੱਖੇ ਸਨ, ਉੱਥੇ ਕਈ ਗੁਰਮੁਖ ਪਿਆਰੇ ਇਸ ਤਰ੍ਹਾਂ ਦੇ ਵੀ ਸਨ ਜਿਹੜੇ ਵੇਖਣ ਨੂੰ ਅਨਪੜ੍ਹ ਤੇ ਗੁਵਾਰ ਜੇ ਲੱਗਦੇ ਸਨ। ਕੋਈ ਘੋੜਿਆਂ ਦੀ ਸੇਵਾ ਕਰਦਾ ਸੀ, ਕੋਈ ਲੰਗਰ ਦੀ ਸੇਵਾ ਕਰਦਾ ਸੀ, ਪਰ ਉਹਨਾਂ ਨੂੰ ਅਵਸਥਾ ਬੜੀ ਉੱਚੀ ਪ੍ਰਾਪਤ ਸੀ। ਬ੍ਰਹਮ ਅਵਸਥਾ ਦੇ ਮਾਲਕ ਸਨ ਉਹ। ਇੱਕ ਵਾਰੀ ਕਵੀਆਂ ਦੇ ਮਨ ਦੇ ਵਿੱਚ ਅਹੰਕਾਰ ਹੋ ਗਿਆ। ਹਰਿ ਜੀਉ ਅਹੰਕਾਰ ਨਾ ਪਾਵਈ ਵੇਦ ਕੂਕ ਸੁਨਾਵੇ। ਤੇ ਧੰਨ ਗੁਰੂ ਮਹਾਰਾਜ ਜੀ 10ਵੇਂ ਪਾਤਸ਼ਾਹ ਨੇ ਵੇਖਿਆ ਵੀ ਗੁਰੂ ਦੀ ਸ਼ਰਨ ਦੇ ਵਿੱਚ ਰਹਿ ਕੇ ਤੇ ਇਹਨਾਂ ਦੇ ਅੰਦਰ ਜੇ ਅਹੰ ਭਾਵ ਆ ਗਏ ਵੀ ਸਾਡੇ ਵਰਗਾ ਕੋਈ ਨਹੀਂ, ਅਸੀਂ ਬੜੇ ਕਵੀ ਹਾਂ, ਸਾਡਾ ਬੜਾ ਸਤਿਕਾਰ ਹੈ, ਤੇ ਫਿਰ ਗੱਲ ਜੀ ਨਹੀਂ ਠੀਕ। ਸੰਗਤ ਜੁੜੀ ਹੋਈ ਸੀ। ਧੰਨ ਗੁਰੂ ਮਹਾਰਾਜ ਜੀ ਸੱਚੇ ਸਤਿਗੁਰੂ ਸ਼ਿਕਾਰ ਨੂੰ ਜਾ ਰਹੇ ਸਨ ਤੇ ਗੁਰੂ ਮਹਾਰਾਜ ਜੀ ਨੇ ਘੋੜੇ ਦੀ ਲਗਾਮ ਪਕੜ ਕੇ ਨੀਲੇ ਦੀ ਤੇ ਉੱਚੀ ਆਵਾਜ਼ ਦੇ ਵਿੱਚ ਆਖਿਆ, ਕੋਈ ਇਸ ਤਰ੍ਹਾਂ ਦਾ ਗੁਰਮੁਖ ਪਿਆਰਾ ਹੈਗਾ ਜਿਹੜਾ ਸਾਨੂੰ ਘੋੜੇ ਤੇ ਚੜ੍ਹਨ ਤੋਂ ਪਹਿਲਾਂ ਸੰਪੂਰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਅਰਥ ਨੇ ਜਿਹੜੇ ਉਹ ਸਮਝਾ ਦੇਵੇ, ਬਿਆਨ ਕਰਕੇ ਦੱਸ ਦੇਵੇ। ਸਾਰੇ ਕਵੀ ਸਨ ਜਿਹੜੇ ਹੱਕਾ ਬੱਕਾ ਰਹਿ ਗਏ ਵੀ ਇਹ ਕਿਵੇਂ ਹੋ ਸਕਦਾ ਹੈ। ਜਿਹੜਾ ਗੁਰੂ ਮਹਾਰਾਜ ਜੀ ਦੇ ਘੋੜੇ ਦੀ ਸੇਵਾ ਕਰਨ ਵਾਲਾ ਗੁਰਮੁਖ ਪਿਆਰਾ ਸੀ, ਉਹਨੇ ਗਲ ਦੇ ਵਿੱਚ ਪੱਲੂ ਪਾ ਲਿਆ, ਦੋਵੇਂ ਹੱਥ ਬੰਨੇ, ਕਹਿੰਦਾ ਸੱਚੇ ਸਤਿਗੁਰ ਆਪ ਜੀ ਦੀ ਕਿਰਪਾ ਹੋਵੇ ਤੇ ਇਹ ਸੇਵਾ ਮੈਂ ਕਰ ਸਕਦਾ। ਧੰਨ ਗੁਰੂ ਮਹਾਰਾਜ ਜੀ ਨੇ ਇਸ਼ਾਰਾ ਕੀਤਾ, ਹਾਂ ਕਰ ਦਿੱਤੀ, ਹੁਕਮ ਕਰ ਦਿੱਤਾ ਤੇ ਇਹਨੇ ਆਖਿਆ ਇੱਕ ਓੰਕਾਰ ਸਤਿਗੁਰ ਪ੍ਰਸਾਦ। ਗੁਰੂ ਮਹਾਰਾਜ ਜੀ ਕਰਤਾਰਤ ਹੋ ਗਏ। ਸੰਪੂਰਨ ਗੁਰਬਾਣੀ ਜਿਹੜੀ ਇਹਦਾ ਮੂਲ ਜਿਹੜਾ ਵਿਆਖਿਆ ਜਿਹੜੀ ਇਹੀ ਹੈ, ਇੱਕ ਪਰਮਾਤਮਾ ਓੰਕਾਰ ਸਾਰਿਆਂ ਨੂੰ ਪ੍ਰਕਾਸ਼ ਕਰਨ ਵਾਲਾ, ਸਤ ਨਾਸ ਤੋਂ ਰਹਿਤ ਹੈ, ਚੇਤਨ ਸਰੂਪ ਹੈ ਤੇ ਆਨੰਦ ਸਰੂਪ ਹੈ। ਹੁਣ ਅੱਗੇ ਜਿਹੜਾ ਵੀ ਕੋਈ ਸ਼ਬਦ ਆਉਂਦਾ ਹੈ ਨਾ, ਉਹ ਇਸ ਏਕੇ ਦੇ ਨਾਲ ਹੀ ਸਾਨੂੰ ਜੋੜਦਾ ਹੈ। ਇਸ ਇੱਕ ਓੰਕਾਰ ਦੀ ਹੀ ਸੰਪੂਰਨ ਵਿਆਖਿਆ ਹੈ। ਇੱਕ ਓੰਕਾਰ ਉਚਾਰਨ ਮਾਤਰ ਸੇ ਰੱਖਿਆ ਕਰਨ ਵਾਲਾ। ਜਿਵੇਂ ਬੱਚਾ ਗਲੀ ਦੇ ਵਿੱਚ ਖੜਾ ਹੈ ਤੇ ਕੋਈ ਜ਼ੋਰਾਵਰ ਉਸ ਨੂੰ ਮਾਰਦਾ ਹੈ, ਉਹ ਆਪਣੀ ਮਾਂ ਨੂੰ ਆਵਾਜ਼ ਮਾਰਦਾ ਤੇ ਦੂਜਾ ਤਗੜਾ ਬੱਚਾ ਜਿਹੜਾ ਹੁੰਦਾ ਨਾ, ਉਹ ਛੱਡ ਕੇ ਭੱਜ ਜਾਂਦਾ ਵੀ ਇਸ ਦੀ ਮੰਮੀ ਆ ਗਈ ਤੇ ਮੇਰੇ ਪੈਣਗੀਆਂ।
ਉਸੇ ਤਰ੍ਹਾਂ ਜਿਹੜੇ ਨਾਮ ਦੇ ਨਾਲ ਜੁੜੇ ਨੇ, ਜਦੋਂ ਧੰਨ ਗੁਰੂ ਮਹਾਰਾਜ ਜੀ ਦਾ ਬਖਸ਼ਿਸ਼ ਕੀਤਾ ਹੋਇਆ ਵਾਹਿਗੁਰੂ ਨਾਮ ਜਪਦੇ ਨੇ ਤੇ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਕਿਰਪਾ ਕਰਦੇ ਨੇ, ਫਿਰ ਹਰ ਮੁਸੀਬਤ ਹਰ ਦੁੱਖ ਜਮਾਂ ਦੀ ਮਾਰ ਤੋਂ ਬਚ ਰਹੀਦਾ ਹੈ। ਇੱਕ ਓੰਕਾਰ ਉਚਾਰਨ ਮਾਤਰ ਸੇ ਰੱਖਿਆ ਕਰਨ ਵਾਲਾ ਅਦੁੱਤੀ ਬ੍ਰਹਮ ਸਰਬ ਦਾ ਪ੍ਰਕਾਸ਼ਕ, ਇਸ ਦੀ ਪ੍ਰਾਪਤੀ ਦਾ ਜਿਹੜਾ ਸਾਧਨ ਹੈ ਸਤਿਗੁਰ, ਸੱਚਾ ਸਤਿਗੁਰ ਹੈ। ਤੇ ਸੱਚੇ ਸਤਿਗੁਰ ਤੋਂ ਪ੍ਰਾਪਤੀ ਕਿਵੇਂ ਹੁੰਦੀ? ਪ੍ਰਸਾਦ ਕਿਰਪਾ ਦੇ ਨਾਲ। ਹੁਣ ਧੰਨ ਗੁਰੂ ਮਹਾਰਾਜ ਜੀ ਦੀ ਕਿਰਪਾ, ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਦੇ ਅਸੀਂ ਪਾਤਰ ਕਿਵੇਂ ਬਣੀਏ? ਪਾਤਰ ਦਾ ਅਰਥ ਹੁੰਦਾ ਯੋਗ। ਅਸੀਂ ਇਸ ਦੇ ਯੋਗ ਕਿਵੇਂ ਹੋਈਏ ਕਿ ਗੁਰੂ ਮਹਾਰਾਜ ਜੀ ਸਾਡੇ ਤੇ ਕਿਰਪਾ ਕਰ ਦੇਣ। ਧੰਨ ਗੁਰੂ ਮਹਾਰਾਜ ਜੀ ਦੀ ਬਾਣੀ ਦੇ ਅੰਦਰ ਫਰਮਾਨ ਹੁੰਦਾ ਹੈ ਕਿ ਗੁਰੂ ਮਹਾਰਾਜ ਜੀ ਦੀ ਬਾਣੀ ਸਤ ਹੈ, ਗੁਰਬਾਣੀ ਬਣੀਏ। ਗੁਰੂ ਮਹਾਰਾਜ ਜੀ ਦਾ ਗੁਰਬਾਣੀ ਦੇ ਅੰਦਰ ਫਰਮਾਨ ਹੁੰਦਾ ਹੈ ਕਿ ਗੁਰੂ ਮਹਾਰਾਜ ਜੀ ਦੀ ਬਾਣੀ ਹੈ ਨਾ, ਇਹ ਸਤ ਹੈ, ਗੁਰਬਾਣੀ ਬਣੀਏ। ਹੁਣ ਅਸੀਂ ਗੁਰਬਾਣੀ ਕਿਵੇਂ ਬਣਨਾ ਹੈ? ਜੋ ਗੁਰਬਾਣੀ ਦੇ ਅੰਦਰ ਸਾਨੂੰ ਗਿਆਨ ਦਿੱਤਾ ਹੈ, ਜੋ ਸਾਨੂੰ ਸਮਝਾਇਆ ਹੈ, ਉਸ ਗਿਆਨ ਨੂੰ ਪ੍ਰਾਪਤ ਕਰਕੇ ਆਪਣੇ ਜੀਵਨ ਨੂੰ ਗੁਰਬਾਣੀ ਦੇ ਅਨੁਸਾਰ ਜਿਹੜਾ ਢਾਲ ਲੈਣਾ ਹੈ ਨਾ, ਇਹੀ ਗੁਰਬਾਣੀ ਬਣਨਾ ਹੈ। ਗੁਰੂ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ। ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਕਿ ਸੱਚੇ ਸਤਿਗੁਰ ਦੀ ਬਾਣੀ ਸੱਚੇ ਸਤਿਗੁਰ ਦਾ ਸਰੂਪ ਹੈ, ਪਰਮਾਤਮਾ ਦਾ ਸਰੂਪ ਹੈ। ਤੇ ਅੱਗੇ ਗੁਰੂ ਮਹਾਰਾਜ ਜੀ ਵਿਸ਼ਰਾਮ ਲਾ ਕੇ ਕਿਰਪਾ ਕਰਦੇ ਨੇ, ਗੁਰਬਾਣੀ ਬਣੀਏ। ਅਸੀਂ ਗੁਰਬਾਣੀ ਬਣਨਾ ਹੈ ਤੇ ਫਿਰ ਉਹ ਸੱਚੇ ਸਤਿਗੁਰ ਦਾ ਜਿਹੜਾ ਸਰੂਪ ਹੈ ਉਸ ਦੀ ਪ੍ਰਾਪਤੀ ਹੋਏਗੀ। ਹੁਣ ਸਵਾਲ ਹੋ ਗਿਆ ਵੀ ਗੁਰਬਾਣੀ ਕਿਵੇਂ ਬਣਿਆ ਜਾਵੇ? ਗੁਰਬਾਣੀ ਦੇ ਅੰਦਰ ਜੋ ਨਿਯਮ, ਜੋ ਮਰਿਆਦਾ, ਜੋ ਰੂਲ, ਜੋ ਰਸਮੋ ਰਿਵਾਜ ਸਾਨੂੰ ਦੱਸਿਆ, ਉਸ ਦੇ ਅਨੁਸਾਰ ਅਸੀਂ ਆਪਣਾ ਜੀਵਨ ਜਿਹੜਾ ਇਹ ਜਿਉਣ ਦੀ ਜਾਚ ਸਿੱਖ ਲਈਏ ਤੇ ਫਿਰ ਅਸੀਂ ਗੁਰਬਾਣੀ ਦਾ ਰੂਪ ਹੀ ਹੋ ਜਾਂਦੇ ਹਾਂ। ਸੋ ਧੰਨ ਗੁਰੂ ਮਹਾਰਾਜ ਜੀ ਫਿਰ ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਦੇ ਨੇ। ਪਹਿਲੋਂ ਸਾਨੂੰ ਆਪਣੇ ਆਪ ਨੂੰ ਗੁਰਬਾਣੀ ਦੇ ਅਨੁਸਾਰ ਢਾਲਣਾ ਪਏਗਾ। ਜਦੋਂ ਅਸੀਂ ਗੁਰਬਾਣੀ ਦੇ ਅਨੁਸਾਰ ਆਪਣੇ ਆਪ ਨੂੰ ਢਾਲ ਲਵਾਂਗੇ ਤੇ ਗੁਰੂ ਮਹਾਰਾਜ ਜੀ ਕਿਰਪਾ ਕਰਨਗੇ, ਗੁਰੂ ਦੀ ਕਿਰਪਾ ਦੇ ਪਾਤਰ ਬਣ ਜਾਵਾਂਗੇ ਤੇ ਫਿਰ ਅਦੁੱਤੀ ਬ੍ਰਹਮ ਦੀ ਪ੍ਰਾਪਤੀ ਹੁੰਦੀ ਹੈ ਜੀ। ਬੇਥਨ ਮੋਹ ਅਗਨ ਸੋਕ ਸਾਗਰ। ਧੰਨ ਗੁਰੂ ਅਰਜਨ ਦੇਵ ਜੀ ਇਸ ਪਾਵਨ ਸ਼ਬਦ ਦੇ ਅੰਦਰ ਸਾਨੂੰ ਦੱਸਦੇ ਨੇ ਮਿਥਨ। ਮਿਥਨ ਦਾ ਅਰਥ ਹੁੰਦਾ ਝੂਠ, ਮਿਥਿਆ ਹੋਇਆ ਹੋਵੇ ਨਾ, ਤੇ ਅਸੀਂ ਆਪਣੇ ਮਨ ਦੇ ਵਿੱਚ ਉਸ ਨੂੰ ਮਿਥ ਲਈਏ ਵੀ ਇਸ ਤਰ੍ਹਾਂ ਹੋਵੇ, ਇਸ ਤਰ੍ਹਾਂ ਹੋ ਜਾਵੇ। ਮੋਹ ਪਰਿਵਾਰ ਦਾ ਮੋਹ ਹੈ, ਸੰਸਾਰ ਦਾ ਮੋਹ ਹੈ, ਹੋਰ ਅਨੇਕ ਪ੍ਰਕਾਰ ਦੇ ਮੋਹ ਨੇ। ਅਗਨ, ਅਗਨ ਤੋਂ ਭਾਵ ਅੱਗ ਹੈ, ਪਰ ਇੱਥੇ ਅੱਗ ਜਿਹੜੀ ਉਹ ਇਹ ਚੁੱਲ੍ਹਿਆਂ 'ਚ ਮੱਚਣ ਵਾਲੀ ਅੱਗ ਨਹੀਂ, ਉਹ ਅੱਗ ਹੈ ਜਿਹੜੀ ਸਾਡੇ ਅੰਦਰ, ਜਿਹਨੂੰ ਤ੍ਰਿਸ਼ਨਾ ਆਖਿਆ ਜਾਂਦਾ ਹੈ। ਧੰਨ ਗੁਰਬਾਣੀ ਦੇ ਅੰਦਰ ਫਰਮਾਨ ਆਉਂਦਾ ਹੈ, ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ। ਚਾਰ ਨਦੀਆਂ ਅੱਗ ਦੀਆਂ ਦੱਸੀਆਂ ਨੇ, ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ। ਪਵੇ ਦੱਜੇ ਨਾਨਕਾ ਤਰੀਏ ਕਰਮੀ ਲੱਗ। ਹੰਸ ਅਤਿਆਚਾਰ ਨੂੰ ਆਖਦੇ ਨੇ, ਹਿੰਸਾ ਕਰਨੀ, ਅਤਿਆਚਾਰ ਕਰਨਾ। ਹੇਤ, ਹੇਤ ਦਾ ਅਰਥ ਹੈ ਮੋਹ ਕਰਨਾ। ਲੋਭ, ਲਾਲਚ ਕਰਨਾ, ਲੋਭ ਕਰਨਾ। ਕੋਪ ਦਾ ਅਰਥ ਹੈ ਕ੍ਰੋਧ। ਇਹ ਚਾਰ ਨਦੀਆਂ ਨੇ ਜਿਹੜੀਆਂ, ਇਹ ਚਾਰ ਨਦੀਆਂ ਅੱਗ ਦੀਆਂ ਨਦੀਆਂ ਨੇ। ਜਿਹੜੇ ਮਨੁੱਖ ਦੇ ਅੰਦਰ ਅਤਿਆਚਾਰੀ ਸੁਭਾਅ ਹੈ ਉਹ ਫਿਰ ਕਿਸੇ ਤੇ ਤਰਸ ਨਹੀਂ ਕਰੇਗਾ। ਅਤਿਆਚਾਰੀ ਮਨੁੱਖ ਜਿਹੜਾ ਹੁੰਦਾ ਹੈ ਉਹਦੇ ਅੰਦਰ ਰਹਿਮ ਦਿਲੀ ਨਹੀਂ ਹੁੰਦੀ, ਉਹਦੇ ਅੰਦਰ ਦਇਆ ਨਹੀਂ ਹੁੰਦੀ, ਉਹ ਅਤਿਆਚਾਰ ਹੀ ਕਰਦਾ ਹੈ, ਬੁਰਾਈ ਕਰੇਗਾ ਫਿਰ ਉਹ।
ਹੇਤ ਦਾ ਅਰਥ ਹੈ ਪਿਆਰ ਮੋਹ ਕਰਨਾ, ਪਰ ਇੱਥੇ ਜਿਹੜਾ ਹੇਤ ਗੁਰੂ ਜੀ ਨੇ ਦੱਸਿਆ ਨਾ, ਇਹ ਉਹ ਹੇਤ ਜਿੰਦੇ ਵਿੱਚ ਕੇਵਲ ਤੇ ਕੇਵਲ ਮੇਰਾ ਹੀ ਸਾਰਾ ਕੁਝ ਬਣ ਜੇ ਤੇ ਦੂਜੇ ਭਾਵੇਂ ਸਾਰੇ ਜਿਹੜੇ ਨੇ ਉਹਨਾਂ ਦਾ ਗਲ ਘੁੱਟਿਆ ਜਾਵੇ, ਉਸ ਨੂੰ ਹੇਤ ਆਖਿਆ ਗਿਆ। ਮੋਹ ਦਾ ਅਰਥ ਵੀ ਉਹ ਹੈ। ਵੈਸੇ ਗੁਰਬਾਣੀ ਦੇ ਅੰਦਰ ਗੁਰੂ ਮਹਾਰਾਜ ਜੀ ਸੱਚੇ ਸਤਿਗੁਰੂ ਨੇ ਮੋਹ ਨੂੰ ਬੜਾ ਵਡਿਆਇਆ ਹੈ। ਧੰਨ ਗੁਰੂ ਅਮਰਦਾਸ ਜੀ ਆਨੰਦ ਸਾਹਿਬ ਦੀ ਬਾਣੀ ਦੇ ਅੰਦਰ ਦਰਜ ਕਰਦੇ ਨੇ, ਹੋ ਕੁਰਬਾਨ ਕੀਤਾ ਤਿਸੇ ਬਿਟਹੋ ਜਿਨ ਮੋਹ ਮੀਠਾ ਲਾਇਆ। ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਮੈਂ ਤੇਰੇ ਤੋਂ ਕੁਰਬਾਨ ਜਾਨਾ ਹਾਂ ਜੋ ਤੂੰ ਸਾਡੇ ਅੰਦਰ ਮੋਹ ਦੀ ਮਠਾਸ ਭਰੀ ਹੋਈ ਹੈ। ਜੇ ਮੋਹ ਦੀ ਮਠਾਸ ਨਾ ਹੁੰਦੀ ਤੇ ਇਹ ਸੰਸਾਰ ਜਿਹੜਾ ਇੰਨੇ ਅੱਗੇ ਤੋਂ ਅੱਗੇ ਨਹੀਂ ਸੀ ਚੱਲਣਾ। ਮੋਹ ਦੇ ਵਸ ਹੋ ਕੇ ਇੱਕ ਪੰਛੀ ਜਿਹੜਾ ਉਹ ਇੱਕ ਇੱਕ ਡੱਕਾ ਚੁੱਗ ਕੇ ਆਪਣਾ ਆਲ੍ਹਣਾ ਤਿਆਰ ਕਰਦਾ ਏ, ਫਿਰ ਉਹਦੇ ਵਿੱਚ ਵਾਰੀ-ਵਾਰੀ ਆਂਡੇ ਦੇ ਕੇ ਆਪਣੇ ਬੱਚਿਆਂ ਨੂੰ ਕੱਢਣਾ ਕਰਦਾ ਏ, ਬੜੀ ਖੇਚਲਾ ਕਰਦਾ ਹੈ। ਉਹਨਾਂ ਬੱਚਿਆਂ ਨੂੰ ਆਂਡੇ ਚੋਂ ਕੱਢ ਕੇ ਫਿਰ ਆਪਣੀ ਚੁੰਝ ਦੇ ਨਾਲ ਇੱਕ ਮੌਕੇ ਆਪ ਭੁੱਖਾ ਰਹਿ ਜਾਵੇ ਤੇ ਕੋਈ ਗੱਲ ਨਹੀਂ, ਪਰ ਆਪਣੇ ਬੱਚਿਆਂ ਦੇ ਮੂੰਹ ਦੇ ਵਿੱਚ ਲਿਆ ਕੇ ਕੁਝ ਨਾ ਕੁਝ ਜ਼ਰੂਰ ਪਾਉਂਦਾ ਹੈ। ਇਹ ਸਾਰਾ ਕੁਝ ਮੋਹ ਦੇ ਵਾਸਤੇ। ਅਸੀਂ ਵੇਖਦੇ ਹਾਂ ਸਾਡੇ ਘਰੇ ਮਾਲ ਪਸ਼ੂ ਨੇ, ਮੱਝਾਂ ਗਾਵਾਂ ਨੇ, ਜਦੋਂ ਇਹ ਸੂੰਦੀਆਂ ਨੇ ਇਹਨਾਂ ਦੇ ਬੱਚੇ ਦੇ ਉੱਤੇ ਜਾਲਾ ਲੱਗਿਆ ਹੁੰਦਾ ਤੇ ਆਪਣੀ ਜ਼ੁਬਾਨ ਦੇ ਨਾਲ ਚੱਟਦੀਆਂ ਨੇ। ਇਹ ਸਾਰਾ ਕੁਝ ਹੀ ਜਿਹੜਾ ਇਹ ਮੋਹ ਦੇ ਵਸ ਹੈ। ਅਸੀਂ ਵੀ ਆਪਣੇ ਘਰ ਪਰਿਵਾਰ ਦੇ ਨਾਲ ਜੁੜੇ ਹਾਂ, ਮੋਹ ਕਰਕੇ ਜੁੜੇ ਹਾਂ, ਪਰ ਇਹ ਮੋਹ ਜਿਹੜਾ ਜਦੋਂ ਕੇਵਲ ਤੇ ਕੇਵਲ ਆਪ ਦੇ ਉੱਤੇ ਆਣ ਕੇ ਹੀ ਖੜ ਜਾਵੇ ਤੇ ਫਿਰ ਇਹ ਜ਼ੁਲਮ ਬਣ ਜਾਂਦਾ, ਇਹ ਪਾਪ ਬਣ ਜਾਂਦਾ। ਇਸ ਨੂੰ ਹੇਤ ਆਖਿਆ ਹੈ। ਹੰਸ ਹੇਤ ਭਈ ਬਾਕੀ ਭਾਵੇਂ ਸਾਰੇ ਮਰ ਜਾਣ, ਬਾਕੀ ਭਾਵੇਂ ਸਾਰੇ ਭੁੱਖੇ ਸੌਂ ਜਾਣ, ਬਾਕੀ ਭਾਵੇਂ ਸਾਰੇ ਨੰਗੇ ਫਿਰਨ, ਮੇਰੇ ਅੰਦਰ ਜਿਹੜੇ ਕਮਰੇ ਨੇ ਨਾ ਇਹ ਭਰੇ ਹੋਣੇ ਚਾਹੀਦੇ ਨੇ। ਸਾਰੇ ਦੁਨੀਆ ਦੀ ਧਨ ਦੌਲਤ ਤੇ ਜਿਹੜੀ ਇਸ ਦਾ ਜਿਹੜਾ ਪ੍ਰਮਾਣ ਹੈ ਨਾ ਉਹ ਕਰਮ ਬਾਦਸ਼ਾਹ ਹੈ। ਕਹਿੰਦੇ ਨੇ ਕਰਮ ਬਾਦਸ਼ਾਹ ਨੇ ਨਾ ਦੁਨੀਆ ਦਾ ਸਾਰਾ ਧਨ ਉਹਦੇ ਰਾਜ ਦੇ ਵਿੱਚ ਜਿਤਨਾ ਸੀ ਸਾਰਾ ਇਕੱਤਰਤ ਕਰਕੇ ਤੇ ਵੱਡੇ ਵੱਡੇ ਹੌਦ ਬਣਾ ਕੇ ਉਹ ਇਕੱਠੇ ਕਰ ਲਏ ਸਨ। ਇੱਥੋਂ ਤੱਕ ਇਹ ਹੇਤ ਦੇ ਵਿੱਚ ਗਿਰ ਗਿਆ ਸੀ। ਇਹਨੇ ਆਪਣੀ ਬੱਚੀ ਹੈ ਨਾ ਜਿਹੜੀ ਉਹ ਬਾਜ਼ਾਰ ਦੇ ਵਿੱਚ ਖੜੀ ਕਰ ਦਿੱਤੀ ਸੀ ਵੀ ਇਸ ਦੀ ਕੀਮਤ ਜੇ ਕੋਈ 1 ਰੁਪਈਆ ਦੇਵੇਗਾ ਤੇ ਮੈਂ ਆਪਣੀ ਬੱਚੀ ਹੈ ਜਿਹੜੀ ਉਹਦੇ ਨਾਲ ਤੋਰ ਦੇਵਾਂਗਾ। ਹੁਣ ਇਹਨੇ ਲੋਕਾਂ ਕੋਲ ਪੈਸਾ ਤਾਂ ਛੱਡਿਆ ਹੀ ਨਹੀਂ ਤੇ ਰੁਪਈਆ ਕਿਹਦੇ ਕੋਲ ਆਵੇ। ਇਹ ਵੇਖਣ ਵਾਸਤੇ ਵੀ ਦੁਨੀਆ ਦੇ ਵਿੱਚ ਕਿਸੇ ਕੋਲ 1 ਰੁਪਈਆ ਹੈ। ਤੇ ਕਹਿੰਦੇ ਨੇ ਇੱਕ ਬੱਚਾ ਸੀ ਬਿਲਕੁਲ ਗਰੀਬ ਘਰ ਦਾ, ਉਹਦਾ ਪਿਓ ਮਰਿਆ ਹੋਇਆ ਸੀ। ਉਹ ਆਪਣੀ ਮਾਂ ਨੂੰ ਕਹਿੰਦਾ ਮੈਂ ਇਹਦੇ ਨਾਲ ਵਿਆਹ ਕਰਾਣਾ, ਮੈਨੂੰ 1 ਰੁਪਈਆ ਚਾਹੀਦਾ ਹੀ ਚਾਹੀਦਾ ਹੈ। ਇਸ ਨੇ ਆਖਿਆ ਵੀ ਕਿਸੇ ਵੱਡੇ ਬੰਦੇ ਕੋਲ 1 ਰੁਪਈਆ ਨਹੀਂ ਤੇ ਆਪਾਂ ਗਰੀਬਾਂ ਕੋਲ 1 ਰੁਪਈਆ ਕਿੱਥੋਂ ਹੋਵੇ। ਕਹਿੰਦੇ ਨੇ ਇਹ ਬੱਚੇ ਨੇ ਜਿੱਦ ਕੀਤੀ, ਕਹਿੰਦਾ ਮੈਂ ਮਰਨ ਲੱਗਾ ਜੇ ਤੂੰ ਰੁਪਈਆ ਨਹੀਂ ਦਿੰਦੀ ਤਾਂ। ਇਹਨੇ ਆਖਿਆ ਚੰਗਾ ਫਿਰ ਤੇਰੇ ਪਿਓ ਦੀ ਕਬਰ ਖੋਦ ਲਾ। ਜਦੋਂ ਕਬਰ ਦੇ ਵਿੱਚ ਦਫਨ ਕਰਦੇ ਨੇ ਨਾ ਮੂੰਹ ਦੇ ਵਿੱਚ ਸਿੱਕਾ ਪਾ ਕੇ ਫਿਰ ਉਹਨੂੰ ਦਫਨ ਕਰਦੇ ਨੇ। ਇਹਨੇ ਕਿਹਾ ਚੰਗਾ ਫਿਰ ਤੇਰੇ ਪਿਓ ਦੀ ਕਬਰ ਖੋਦ ਲਾ ਤੇ ਜਿਹੜਾ ਉਹਦੇ ਮੂੰਹ 'ਚ 1 ਰੁਪਈਆ ਪਾਇਆ ਸੀ ਉਹ ਕੱਢ ਲਾ। ਇਹਨੇ ਕਬਰ ਖੋਦੀ, ਉਹ 1 ਰੁਪਈਆ ਕੱਢਿਆ ਤੇ ਜਾ ਕੇ ਜਦੋਂ ਦਿੱਤਾ ਵੀ ਇਹ ਲੜਕੀ ਹੁਣ ਮੈਨੂੰ ਦੇ ਦਿਓ, ਤੇ ਰਾਜੇ ਦੇ ਸਿਪਾਹੀਆਂ ਨੂੰ ਰਾਜੇ ਨੇ ਸਿਖਾਇਆ ਹੋਇਆ ਸੀ, ਫੜ ਕੇ ਲੈ ਗਏ ਇਹਨੂੰ ਵਿਚਾਰੇ ਨੂੰ। ਪੁੱਛਿਆ ਤੂੰ ਰੁਪਈਆ ਲਿਆ ਕਿੱਥੋਂ ਹੈ? ਕਹਿੰਦਾ ਮੈਂ ਤਾਂ ਮੇਰੇ ਪਿਓ ਦੀ ਕਬਰ ਖੋਦ ਕੇ ਲਿਆ। ਤੇ ਇਹਨੇ ਕਬਰਾਂ ਪਟਾ ਦਿੱਤੀਆਂ ਸੀ ਤੇ ਸਾਰੇ ਕਬਰਾਂ ਦੇ ਵੀ 1-1 ਰੁਪਈਏ ਕੱਢ ਲਏ ਸੀ। ਹੁਣ ਵੇਖੋ ਇਹ ਹੇਤ ਹੈ, ਇਹ ਮਾਇਆ ਦਾ ਮੋਹ ਹੈ। ਹੰਸ ਹੇਤ ਲੋਭ। ਲੋਭ ਹੈ ਜਿਹੜਾ ਮਨੁੱਖ ਦੇ ਅੰਦਰ, ਇਹ ਵੀ ਜਦੋਂ ਲੋੜ ਤੋਂ ਜ਼ਿਆਦਾ ਹੋ ਜਾਂਦਾ ਹੈ ਤੇ ਫਿਰ ਇਸ ਦਾ ਜੀਵਨ ਹੈ ਜਿਹੜਾ ਉਹ ਵਿਅਰਥ ਦੇ ਵਿੱਚ ਚਲਾ ਜਾਂਦਾ ਹੈ। ਜੀਵਨ ਜਿਹੜਾ ਉਹ ਨਾਸ ਹੋ ਜਾਂਦਾ ਹੈ। ਲੋਭ ਦਾ ਅਰਥ ਵੀ ਜਿਹੜੇ ਮਾਇਕੀ ਪਦਾਰਥ ਨੇ ਉਹਨਾਂ ਨੂੰ ਇਕੱਠਿਆ ਕਰਨ ਦਾ। ਖਾਣ ਦੇ ਵਿੱਚ ਵੀ ਲੋਭ ਆ ਜਾਂਦਾ ਹੈ, ਪਹਿਨਣ ਦੇ ਵਿੱਚ ਵੀ, ਹੋਰ ਪਦਾਰਥਾਂ ਦਾ ਵੀ ਲੋਭ ਜਿਹੜਾ ਇਹ ਆ ਜਾਂਦਾ। ਹੰਸ ਹੇਤ ਲੋਭ ਕੋਪ।
ਕੋਪ ਦਾ ਅਰਥ ਹੈ ਕ੍ਰੋਧ, ਤੇ ਕ੍ਰੋਧ ਜਿਹੜਾ ਇਹ ਵੀ ਇੱਕ ਅੱਗ ਹੈ। ਮਨੁੱਖ ਨੂੰ ਕ੍ਰੋਧ ਉਦੋਂ ਆਉਂਦਾ ਹੈ ਜਦੋਂ ਉਹਦੇ ਅੰਦਰ ਹੰਕਾਰ ਵਾਸ਼ਨਾ ਹੁੰਦੀ ਹੈ। ਇਹ 3 ਪ੍ਰਕਾਰ ਦੀ ਵਾਸ਼ਨਾ ਮੰਨੀ ਗਈ ਹੈ। ਹੰਕਾਰ ਵਾਸ਼ਨਾ, ਲੋਭ ਵਾਸ਼ਨਾ ਤੇ ਕਾਮ ਵਾਸ਼ਨਾ। ਵਾਸ਼ਨਾ ਦੇ 3 ਰੂਪ ਨੇ। ਵਾਸ਼ਨਾ ਤੋਂ ਭਾਵ ਹੈ ਸੁਗੰਧੀ। ਜਿਵੇਂ ਸਾਡੀ ਰਸੋਈ ਦੇ ਵਿੱਚ ਕੋਈ ਵਧੀਆ ਪਦਾਰਥ ਤਿਆਰ ਹੁੰਦਾ ਹੋਵੇ ਤੇ ਉਹਦੇ ਵਿੱਚੋਂ ਸਮੈਲ ਆਉਂਦੀ ਹੈ, ਉਹਦੇ ਵਿੱਚੋਂ ਵਾਸ਼ਨਾ ਆਉਂਦੀ ਹੈ। ਉਹ ਹੁਣ ਵਾਸ਼ਨਾ ਆ ਰਹੀ ਹੈ ਪਰ ਸਾਡਾ ਢਿੱਡ ਨਹੀਂ ਭਰ ਰਿਹਾ। ਥੋੜਾ ਸ਼ਬਦਾਂ ਦੇ ਨਾਲ ਜੁੜਨਾ ਪਏਗਾ, ਫਿਰ ਗੱਲ ਦੀ ਸਮਝ ਆਏਗੀ। 3 ਪ੍ਰਕਾਰ ਦੀ ਵਾਸ਼ਨਾ ਮੰਨੀ ਗਈ ਹੈ। ਕਾਮ ਵਾਸ਼ਨਾ, ਕ੍ਰੋਧ ਵਾਸ਼ਨਾ ਤੇ ਲੋਭ ਵਾਸ਼ਨਾ। ਇਹ 3 ਪ੍ਰਕਾਰ ਦੀ ਵਾਸ਼ਨਾ ਮੰਨੀ ਗਈ ਤੇ ਇਹਨੂੰ ਵਾਸ਼ਨਾ ਕਿਉਂ ਕਹਿੰਦੇ ਨੇ? ਇਹ ਵਾਸ਼ਨਾ ਤੋਂ ਸ਼ਬਦ ਬਣਿਆ ਤੇ ਵਾਸ਼ਨਾ ਦਾ ਅਰਥ ਹੁੰਦਾ ਸਮੈਲ, ਸੁਗੰਧੀ। ਹੁਣ ਸਾਡੀ ਰਸੋਈ ਦੇ ਵਿੱਚ ਪਦਾਰਥ ਤਿਆਰ ਹੋ ਰਿਹਾ, ਉਹਦੇ ਵਿੱਚੋਂ ਸੁਗੰਧੀ ਆ ਰਹੀ ਹੈ, ਸਮੈਲ ਆ ਰਹੀ ਹੈ। ਉਹ ਜਿਵੇਂ ਜਿਵੇਂ ਸੁਗੰਧੀ, ਜਿਵੇਂ ਜਿਵੇਂ ਸਮੈਲ ਆਉਂਦੀ ਹੈ ਨਾ, ਉਵੇਂ ਉਵੇਂ ਸਾਡੀ ਭੁੱਖ ਜ਼ਰੂਰ ਵੱਧ ਜਾਂਦੀ ਹੈ ਪਰ ਢਿੱਡ ਨਹੀਂ ਭਰਦਾ ਜਦੋਂ ਤੱਕ ਅਸੀਂ ਉਹਨੂੰ ਖਾਂਦੇ ਨਹੀਂ। ਉਸੇ ਤਰ੍ਹਾਂ ਇਹਨੂੰ ਵੀ ਸਮਝ ਲਓ, ਜਿਹੜੀ ਕ੍ਰੋਧ ਵਾਸ਼ਨਾ ਹੈ, ਹੰਕਾਰ ਵਾਸ਼ਨਾ ਹੈ ਜਿਹੜੀ, ਇਹ ਕ੍ਰੋਧ ਤੋਂ ਬਣਦੀ ਹੈ। ਹੰਕਾਰ ਵਾਸ਼ਨਾ ਜਿਹੜੀ, ਜਿਹੜੇ ਮਨੁੱਖ ਦੇ ਅੰਦਰ ਹੰਕਾਰ ਹੈ, ਹੰਕਾਰ ਦੀ ਵਾਸ਼ਨਾ ਹੈ, ਇਹ ਹੰਕਾਰੀ ਮਨੁੱਖ ਜਿਹੜਾ ਇਹ ਕ੍ਰੋਧੀ ਹੋ ਜਾਏਗਾ। ਕ੍ਰੋਧੀ ਕਿਉਂ ਹੋਏਗਾ? ਕਿਉਂਕਿ ਇਹਦੇ ਹੰਕਾਰ ਨੂੰ ਠੇਸ ਪਹੁੰਚਦੀ ਏ। ਤੇ ਹੰਕਾਰ ਹੈ ਜਿਹੜਾ, ਇਹਨੂੰ ਇਸ ਤਰ੍ਹਾਂ ਸਮਝ ਲਓ ਜਿਵੇਂ ਕਿਸੇ ਨੂੰ ਵਿਦਿਆ ਦਾ ਹੰਕਾਰ ਹੈ। ਮੇਰੇ ਤੇ ਲਾ ਲਓ, ਮੈਨੂੰ ਵਿਦਿਆ ਦਾ ਹੰਕਾਰ ਹੋ ਗਿਆ ਤੇ ਜਦੋਂ ਮੈਂ ਦੂਸਰੇ ਕਿਸੇ ਵਿਦਵਾਨ ਨੂੰ ਵੇਖਾਂਗਾ ਨਾ, ਤੇ ਫਿਰ ਇਹ ਮੇਰਾ ਜਿਹੜਾ ਹੰਕਾਰ ਹੈ ਇਹ ਵਧਣਾ ਹੋਏਗਾ ਵੀ ਇਹ ਮੇਰੇ ਤੋਂ ਅੱਗੇ ਕਿਉਂ ਲੰਘ ਜਾਵੇ, ਇਹ ਮੇਰੇ ਤੋਂ ਚੰਗੀ ਗੱਲ ਕਿਵੇਂ ਕਰਦੇ, ਇਹ ਮੇਰੇ ਤੋਂ ਵੱਧ ਕਿਵੇਂ ਪੜ੍ਹ ਜਾਵੇ। ਇਸ ਤਰ੍ਹਾਂ ਇਹ ਹੰਕਾਰ ਹੈ ਜਿਹੜਾ, ਹੁਣ ਪੜ੍ਹਨ ਦੇ ਨਾਲ ਉਹਦੀ ਬਰਾਬਰੀ ਕੀਤੀ ਜਾਏਗੀ। ਹੰਕਾਰ ਕਰਨ ਦੇ ਨਾਲ ਜਾਂ ਮਨ ਦੇ ਵਿੱਚ ਕ੍ਰੋਧ ਕਰਨ ਦੇ ਨਾਲ ਥੋੜ੍ਹੀ ਵਿਦਿਆ ਆਵੇਗੀ। ਜਿਵੇਂ ਰਸੋਈ ਦੇ ਵਿੱਚ ਪ੍ਰਸ਼ਾਦਾ ਤਿਆਰ ਹੋ ਰਿਹਾ, ਸੁਗੰਧੀ ਦੇ ਨਾਲ ਢਿੱਡ ਥੋੜ੍ਹੀ ਭਰੇਗਾ, ਸੁਗੰਧੀ ਦੇ ਨਾਲ ਤਾਂ ਮਨ ਹੋਰ ਲਲਚਾਏਗਾ ਨਾ ਵੀ ਭੁੱਖ ਲੱਗੀ ਹੈ, ਦਿਓ ਖਾਣ ਨੂੰ, ਇਤਨਾ ਸਵਾਦਲਾ ਬਣਿਆ। ਉਵੇਂ ਜਿਵੇਂ ਇਹ ਵਾਸ਼ਨਾ ਜਿਹੜੀ ਹੈ, ਇਹ ਇੱਕ ਤਰ੍ਹਾਂ ਦੀ ਸੁਗੰਧੀ, ਉਹ ਜਿਹਦੇ ਅੰਦਰ ਹੰਕਾਰ ਵਾਸ਼ਨਾ ਹੈ, ਇਹ ਹੰਕਾਰ ਵਾਸ਼ਨਾ ਦੇ ਕਾਰਨ ਬੜਾ ਕ੍ਰੋਧੀ ਬਣ ਜਾਏਗਾ। ਹੌਲੀ 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 ਫਿਰ ਇਹ ਜਲੀਲ ਹੋ ਜਾਂਦਾ ਹੈ, ਇਤਨਾ ਕ੍ਰੋਧ ਵੱਜ ਜਾਂਦਾ ਕਿ ਇਹ ਅਤਿਆਚਾਰੀ ਵੀ ਹੋ ਜਾਂਦਾ ਹੈ। ਇਸੇ ਤਰ੍ਹਾਂ ਫਿਰ ਲੋਭ ਵਾਸ਼ਨਾ ਹੈ, ਜਿਹੜੇ ਮਨੁੱਖ ਦੇ ਅੰਦਰ ਲੋਭ ਹੋਵੇ। ਹੁਣ ਪਦਾਰਥ ਨੇ ਜਿਹੜੇ ਮਿਲਦੇ ਜਾਣਗੇ ਤੇ ਦੂਜਿਆਂ ਕੋਲੇ ਪਦਾਰਥ ਵੇਖ ਕੇ ਅੰਦਰ ਵਾਸ਼ਨਾ ਆ ਜਾਵੇਗੀ, ਇਹ ਵੀ ਮੇਰੇ ਕੋਲ ਹੋਵੇ, ਹੁਣ ਦੂਜਿਆਂ ਨੂੰ ਵੀ ਲੋੜ ਹੈ। ਇਸੇ ਤਰ੍ਹਾਂ ਫਿਰ ਕਾਮ ਵਾਸ਼ਨਾ, ਇਹਨਾਂ ਤਿੰਨਾਂ ਨੂੰ ਇਸ ਤਰ੍ਹਾਂ ਹੀ ਸਮਝਣਾ ਹੈ। ਹੁਣ ਗੁਰੂ ਮਹਾਰਾਜ ਜੀ ਨੇ ਰਹਿਮਤ ਕੀਤੀ, ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ, ਪਵੇ ਦੱਜੇ ਨਾਨਕਾ ਤਰੀਏ ਕਰਮੀ ਲੱਗ। ਜਿਹੜਾ ਇਹਦੇ ਵਿੱਚ ਪੈ ਜਾਂਦਾ ਨਾ, ਭਾਵ ਇਹ ਚਾਰੇ ਜਿਹਦੇ ਅੰਦਰ ਆ ਜਾਂਦੀਆਂ ਨੇ, ਉਹ ਬਚਦਾ ਨਹੀਂ, ਸੜੇਗਾ। ਦੱਜੇ ਦਾ ਅਰਥ ਹੁੰਦਾ ਸੜਨਾ। ਤਰੀਏ ਕਰਮੀ ਲੱਗ, ਤੇ ਤਰਾਂਗੇ ਕਿਵੇਂ? ਕਰਮਾਂ ਦੇ ਨਾਲ ਲੱਗ ਕੇ। ਜੇ ਚੰਗੇ ਕਰਮ ਕਰਾਂਗੇ ਤੇ ਫਿਰ ਇਹਨਾਂ ਤੋਂ ਪਾਰ ਉਤਾਰਾ ਹੋ ਜਾਏਗਾ। ਸੋ ਧੰਨ ਗੁਰੂ ਅਰਜਨ ਦੇਵ ਜੀ ਕਿਰਪਾ ਕਰਦੇ ਨੇ। ਮਿਥਨ, ਇੱਕ ਤਾਂ ਝੂਠ ਮੋਹ, ਦੂਜਾ ਹੇਤ ਕੇਵਲ ਤੇ ਕੇਵਲ ਮੇਰਾ ਹੀ ਹੋ ਜਾਵੇ, ਜਿਵੇਂ ਕਰੰਗ ਦੇ ਅੰਦਰ ਮਾਇਆ ਦਾ ਮੋਹ ਸੀ। ਅਗਨ, ਇਹਦੇ ਬਾਰੇ ਆਪਾਂ ਸਮਝ ਲਿਆ। ਸ਼ੋਕ, ਸ਼ੋਕ ਮਨੁੱਖ ਨੂੰ ਉਦੋਂ ਹੁੰਦਾ ਹੈ ਜਦੋਂ ਉਸ ਦੇ ਪਾਸ ਜਿਹੜਾ ਪਦਾਰਥ ਹੈ ਉਹ ਚਲਾ ਜਾਂਦਾ ਹੈ, ਨਸ਼ਟ ਹੋ ਜਾਂਦਾ ਹੈ, ਉਦੋਂ ਉਹਦੇ ਅੰਦਰ ਸ਼ੋਕ ਆਉਂਦਾ ਹੈ। ਇੱਥੇ ਗੁਰੂ ਜੀ ਨੇ 4 ਗੱਲਾਂ ਦੱਸੀਆਂ ਨੇ। ਸਾਗਰ, ਸਾਗਰ ਦਾ ਅਰਥ ਹੈ ਸਮੁੰਦਰ। ਇਹ ਸੰਸਾਰ ਹੈ ਜਿਹੜਾ, ਇਹ ਸਮੁੰਦਰ ਦੀ ਤਰ੍ਹਾਂ ਹੈ। ਸਮੁੰਦਰ ਦੇ ਵਿੱਚ ਪਾਣੀ ਹੈ, ਪਰ ਇਸ ਸਾਗਰ ਦੇ ਅੰਦਰ, ਇਸ ਸੰਸਾਰ ਦੇ ਅੰਦਰ ਪਾਣੀ ਦੀ ਤਰ੍ਹਾਂ ਝੂਠ ਮੋਹ ਅਗਨ ਤੇ ਸ਼ੋਕ ਹੈ ਜਿਹੜਾ, ਇਹ ਭਰਿਆ ਹੋਇਆ ਹੈ ਜੀ। ਕਰ ਕਿਰਪਾ ਉਦਰ ਹਰ ਨਾਗਦ। ਨਾਗਰ ਦਾ ਅਰਥ ਹੁੰਦਾ ਹੈ ਆਗੂ, ਅਗਵਾਈ ਕਰਨ ਵਾਲਾ। ਜਿਵੇਂ ਪਰਿਵਾਰ ਦੇ ਵਿੱਚ ਇੱਕ ਮੈਂਬਰ ਹੈ ਜਿਹੜਾ, ਉਹ ਆਗੂ ਹੁੰਦਾ ਹੈ, ਬਾਕੀ ਸਾਰਿਆਂ ਨੇ ਉਹਦੇ ਪਿੱਛੇ ਤੁਰ ਕੇ ਤੇ ਆਪਣੇ ਘਰ ਪਰਿਵਾਰ ਨੂੰ ਇੱਕ ਸੁਚੱਜੇ ਢੰਗ ਦੇ ਨਾਲ ਨਿਯਮਬੰਦ ਕਰਕੇ ਚਲਾਉਣਾ ਹੁੰਦਾ ਹੈ। ਹੁਣ ਧੰਨ ਗੁਰੂ ਮਹਾਰਾਜ ਜੀ ਸੱਚੇ ਸਤਿਗੁਰੂ ਗੁਰੂ ਅਰਜਨ ਦੇਵ ਜੀ ਕਿਰਪਾ ਕਰਦੇ ਨੇ। ਇਹ ਸੱਚੇ ਸਤਿਗੁਰੂ ਜੀ, ਜਿਹੜਾ ਸੰਸਾਰ ਹੈ
ਇਹਦੇ ਵਿੱਚ ਝੂਠ, ਮੋਹ, ਅਗਨ ਤੇ ਸ਼ੋਕ ਇਹ ਚੀਜ਼ਾਂ ਨੇ ਜਿਹੜੀਆਂ ਇਹ ਲਬਾ ਲਬ ਭਰੀਆਂ ਹੋਈਆਂ ਨੇ। ਕਰ ਕਿਰਪਾ, ਜੇ ਤੂੰ ਸਾਡੇ ਤੇ ਕਿਰਪਾ ਕਰੇ ਉਧਰ, ਫਿਰ ਅਸੀਂ ਇਸ ਤੋਂ ਪਾਰ ਹੋ ਸਕਦੇ। ਉਧਰ ਦਾ ਅਰਥ ਹੁੰਦਾ ਭਲਾ ਹੋ ਜਾਣਾ, ਉਧਰ ਜਾਣਾ, ਸਫਲ ਹੋ ਜਾਣਾ। ਕਰ ਕਿਰਪਾ ਉਧਰ, ਇਹ ਮੇਰੇ ਵਾਹਿਗੁਰੂ ਤੂੰ ਜੇ ਕਿਰਪਾ ਕਰੇਗਾ ਨਾ ਫਿਰ ਸਾਡਾ ਭਲਾ ਹੋਏਗਾ। ਤੇ ਕਿਰਪਾ ਕਿਵੇਂ ਕਰਨੀ? ਹਰ ਨਾਗਰ, ਹਰੀ ਪਰਮਾਤਮਾ ਜਿਹੜਾ ਉਹਨੂੰ ਆਗੂ ਬਣਾਉਣਾ ਪੈਣਾ ਹੈ, ਇਹਦੇ ਮਗਰ ਤੁਰਨਾ ਪੈਣਾ। ਨਾਗਰ ਦਾ ਅਰਥ ਹੁੰਦਾ ਨਾਇਕ, ਆਗੂ, ਸੁਚੱਜਾ, ਸਿਆਣਾ, ਜਿੰਦੇ ਮਗਰ ਲੱਗ ਕੇ ਸਾਡਾ ਜੀਵਨ ਹੈ ਜਿਹੜਾ ਉਹ ਸਫਲਾ ਹੋ ਜਾਵੇ। ਜਿੰਦੇ ਮਗਰ ਤੁਰਿਆ ਸਾਨੂੰ ਕਿਸੇ ਪ੍ਰਕਾਰ ਦਾ ਕੋਈ ਘਾਟਾ ਨਾ ਲੱਗਦਾ ਹੋਵੇ, ਉਹਨੂੰ ਨਾਗਰ ਆਖਦੇ ਨੇ। ਹਰ ਨਾਗਰ ਹੈ ਹਰੀ ਅਕਾਲ ਪੁਰਖ ਵਾਹਿਗੁਰੂ, ਅਸੀਂ ਤੈਨੂੰ ਆਪਣਾ ਆਗੂ ਬਣਾਇਆ ਹੈ, ਅਸੀਂ ਤੇਰੇ ਮਗਰ ਤੁਰਨ ਵਾਲੇ ਹਾਂ, ਤੇਰੇ ਮਗਰ ਤੁਰਨਾ ਹੈ। ਤੇ ਤੂੰ ਸਾਡੇ ਤੇ ਕਿਰਪਾ ਕਰ ਇਸ ਸੰਸਾਰ ਸਾਗਰ ਦੇ ਵਿੱਚੋਂ, ਜਿਹਦੇ ਵਿੱਚ ਝੂਠ, ਮੋਹ, ਅਗਨ ਤੇ ਸ਼ੋਕ ਹੈ, ਇਹਦੇ ਚੋਂ ਸਾਡਾ ਉਧਰ ਸਾਡਾ ਭਲਾ ਕਰਨਾ ਕਰੋ ਜੀ। ਚਰਨ ਕਮਲ ਸਰਣਾਏ ਨਾਰਾਇਣ। ਧੰਨ ਗੁਰੂ ਮਹਾਰਾਜ ਜੀ ਰਾਓ ਵਾਲੀਆਂ ਤੁਕਾਂ ਦੇ ਵਿੱਚ ਕਿਰਪਾ ਕਰਦੇ ਨੇ। ਚਰਨ ਕਮਲ, ਗੁਰੂ ਜੀ ਦੇ ਕਮਲ ਚਰਨ ਨੇ ਜਿਹੜੇ, ਇਹਨਾਂ ਦੀ ਤੁਲਨਾ ਕਮਲ ਦੇ ਨਾਲ ਕੀਤੀ ਜਾਂਦੀ ਹੈ। ਕਮਲ ਬੜਾ ਕੋਮਲ ਹੈ ਤੇ ਕਮਲ ਦੇ ਵਿੱਚ ਗੁਣ ਹੈ। ਜਦੋਂ ਸੂਰਜ ਨਿਕਲਦਾ ਨਾ ਉਦੋਂ ਕਮਲ ਖਿੜ ਪੈਂਦਾ ਹੈ, ਤੇ ਜਦੋਂ ਹਨੇਰਾ ਹੋ ਜਾਂਦਾ ਉਦੋਂ ਕਮਲ ਬੰਦ ਹੋ ਜਾਂਦਾ ਹੈ। ਕਮਲ ਦਾ ਫੁੱਲ ਹੈ ਜਿਹੜਾ ਇਹ ਸੂਰਜ ਦੇ ਪ੍ਰਕਾਸ਼ ਦੇ ਵਿੱਚ ਖਿੜਦਾ ਹੈ ਤੇ ਰਾਤਰੀ ਦੇ ਹਨੇਰੇ ਦੇ ਵਿੱਚ ਬੰਦ ਹੋ ਜਾਂਦਾ ਹੈ। ਹੁਣ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਦੇ ਚਰਨ ਨੇ ਜਿਹੜੇ, ਇਹਨਾਂ ਦੇ ਨਾਲ ਤਕਰੀਬਨ ਕਮਲ ਇਸ ਵਾਸਤੇ ਲਿਖਿਆ ਹੁੰਦਾ ਹੈ ਕਿ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਪ੍ਰਕਾਸ਼ ਕਰਨ ਵਾਲੇ ਨੇ। ਜਿਹੜੇ ਗੁਰਸਿੱਖ ਨੇ ਉਹਨਾਂ ਨੂੰ ਗਿਆਨ ਦੇਣ ਵਾਲੇ ਨੇ, ਪ੍ਰਕਾਸ਼ ਕਰਨ ਵਾਲੇ ਨੇ, ਤੇ ਹਨੇਰਾ ਜਿਹੜਾ ਉਹਨੂੰ ਸਪਰਸ਼ ਨਹੀਂ ਹੋਣ ਦਿੰਦੇ। ਸਰਨਾਏ ਦਾ ਅਰਥ ਹੁੰਦਾ ਸ਼ਰਨ ਦੇ ਵਿੱਚ ਆ ਜਾਣਾ। ਚਰਨ ਕਮਲ ਸਰਨਾਏ ਨਾ ਨਾਰਾਇਣ, ਹੇ ਮੇਰੇ ਸੱਚੇ ਸਤਿਗੁਰ ਜੀ, ਤੇਰੇ ਚਰਨਾਂ ਕਮਲਾਂ ਦੀ ਸ਼ਰਨ ਦੇ ਵਿੱਚ ਅਸੀਂ ਆਏ ਹੋਏ ਹਾਂ ਨਾਰਾਇਣ, ਤੇ ਤੁਸੀਂ ਉਸ ਪ੍ਰਭੂ ਪਰਮਾਤਮਾ ਦਾ ਰੂਪ ਹੋ ਜੀ। ਦੀਨਾਨਾਥ ਭਗਤ ਪਰਾਇਣ। ਦੀਨਾਨਾਥ ਕਹਿੰਦੇ ਨੇ, ਦੀਨ ਦਾ ਅਰਥ ਹੁੰਦਾ ਗਰੀਬੜਾ, ਜਿਹੜਾ ਅੰਦਰੋਂ ਹਲੀਮੀ ਵਾਲਾ ਹੋਵੇ, ਜਿਹੜਾ ਅੰਦਰੋਂ ਬੜਾ ਭਲਾ ਮਾਨਸ ਹੋਵੇ, ਉਸ ਨੂੰ ਦੀਨ ਆਖਿਆ ਜਾਂਦਾ। ਦੀਨਾਨਾਥ ਆਪਾਂ ਆਖ ਦਿੰਦੇ ਹਾਂ ਗਰੀਬ ਨਵਾਜ, ਇਹਦਾ ਅਰਥ ਗਰੀਬ ਨਵਾਜੀ ਹੈ। ਦੀਨਾਨਾਥ, ਦੀਨਾਂ ਦਾ ਭਾਵ ਗਰੀਬਾਂ ਦਾ ਮਾਲਕ, ਗਰੀਬ ਨਵਾਜ। ਭਗਤ ਪਰਾਇਣ, ਪਰਾਇਣ ਦਾ ਅਰਥ ਹੁੰਦਾ ਆਸਰਾ। ਹੇ ਮੇਰੇ ਸੱਚੇ ਸਤਿਗੁਰ ਜੀ, ਤੂੰ ਗਰੀਬ ਨਵਾਜ ਹੈ, ਦੀਨਾਂ ਦਾ ਨਾਥ ਹੈ, ਤੇ ਭਗਤਾਂ ਨੂੰ ਤੇਰਾ ਆਸਰਾ ਬਣਿਆ ਰਹਿੰਦਾ ਹੈ ਜੀ। ਅਨਾਥਾ ਨਾਥ ਭਗਤ ਪੈ ਮੇਟਨ। ਅੱਗੇ ਧੰਨ ਗੁਰੂ ਮਹਾਰਾਜ ਜੀ ਵਿਸ਼ਰਾਮ ਲਾ ਕੇ ਕਿਰਪਾ ਕਰਦੇ ਨੇ। ਅਨਾਥਾ ਨਾਥ, ਅਨਾਥ ਕਹਿੰਦੇ ਨੇ ਜਿੰਦਾ ਕੋਈ ਆਸਰਾ ਨਾ ਹੋਵੇ, ਜਿੰਦਾ ਕੋਈ ਵੀ ਆਸਰਾ ਨਹੀਂ, ਉਹਦਾ ਫਿਰ ਤੂੰ ਆਸਰਾ ਬਣ ਜਾਂਦਾ ਹੈ। ਅਨਾਥਾ ਨਾਥ, ਜਿੰਦਾ ਕੋਈ ਵੀ ਆਸਰਾ ਨਹੀਂ, ਹੈ ਮੇਰੇ ਮਾਲਕ, ਹੈ ਸੱਚੇ ਸਤਿਗੁਰ ਜੀ, ਤੁਸੀਂ ਕਿਰਪਾ ਕਰਦੇ ਹੋ, ਉਸ ਦੇ ਆਸਰੇ ਬਣ ਜਾਂਦੇ ਹੋ, ਉਸ ਦੇ ਮਾਲਕ ਬਣ ਜਾਂਦੇ ਹੋ। ਭਗਤ ਭੈ ਮੇਟਨ, ਤੇ ਜੋ ਗੁਰਮੁਖ ਪਿਆਰੇ ਆਪ ਜੀ ਦੀ ਭਗਤੀ ਦੇ ਨਾਲ ਜੁੜਦੇ ਨੇ, ਜਿਹੜੇ ਭਗਤ ਹੋ ਗਏ ਨੇ, ਨਾਮ ਜਪਦੇ ਨੇ, ਭਜਨ ਬੰਦਗੀ ਕਰਦੇ ਨੇ, ਅਭਿਆਸ ਕਰਦੇ ਨੇ, ਭੈ ਮੇਟਣ, ਉਹਨਾਂ ਦੇ ਅੰਦਰ ਜਿਹੜਾ ਡਰ ਬਣਿਆ ਹੋਇਆ ਹੈ, ਜਮਾਂ ਦਾ ਡਰ, ਕਰਮਾਂ ਦਾ ਡਰ, ਵਿਕਾਰਾਂ ਬੁਰਾਈਆਂ ਦਾ ਡਰ, ਤੁਸੀਂ ਕਿਰਪਾ ਕਰਦੇ ਹੋ, ਇਸ ਡਰ ਦਾ, ਇਸ ਭੈ ਦਾ ਨਾਸ਼ ਕਰਦੇ ਹੋ ਜੀ। ਸਾਧ ਸੰਗ ਜਮਦੂਤ ਨਾ ਭੇਟਨ। ਧੰਨ ਗੁਰੂ ਜੀ ਰਹਿਮਤ ਕਰਦੇ ਨੇ। ਸਾਧ ਸੰਗ, ਦਾਸ ਨੇ ਅੱਗੇ ਵੀ ਇੱਕ ਦੋ ਵਾਰੀ ਦੱਸਿਆ, ਗੁਰਬਾਣੀ ਦੇ ਅੰਦਰ ਸ਼ਬਦ ਆਉਂਦੇ ਨੇ ਸਤ ਸੰਗਤ, ਸੰਤ ਸੰਗਤ, ਸੰਤ ਸੰਗ, ਸਾਧ ਸੰਗ, ਇੱਕ ਕੱਲਾ ਸ਼ਬਦ ਵੀ ਆਉਂਦਾ ਸੰਗਤ। ਜਿੱਥੇ ਸਤ ਸੰਗਤ ਹੁੰਦਾ ਹੈ ਉੱਥੇ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਸਾਨੂੰ ਇਹ ਦੱਸਦੇ ਨੇ, ਜਿਹੜੇ ਸੱਚ ਦੀ ਸੰਗਤ ਕਰਨ ਵਾਲੇ ਨੇ। ਜਦੋਂ ਵੀ ਸੰਗਤ ਕਰਨੀ ਹੈ ਸੱਚੇ ਮਨੁੱਖ ਦੀ ਕਰਨੀ ਹੈ, ਜੀਵਨ ਦੇ ਵਿੱਚ ਸੱਚ ਨੂੰ ਧਾਰਨ ਕਰਕੇ ਰੱਖਣਾ, ਕੋਈ ਵੀ ਕਾਰ ਵਿਹਾਰ ਕਰਨਾ ਸੱਚ ਦਾ ਕਰਨਾ, ਝੂਠ ਦਾ ਨਹੀਂ ਕਰਨਾ, ਇਹ ਸਤ ਸੰਗਤ ਹੈ। ਧੰਨ ਗੁਰੂ ਮਹਾਰਾਜ ਜੀ ਦੀ ਚਰਨ ਸਰਨ ਵਿੱਚ ਅਸੀਂ ਬੈਠੇ ਹਾਂ, ਇਹ ਵੀ ਸਤ ਸੰਗਤ ਹੈ, ਕਿਉਂਕਿ ਇੱਥੋਂ ਸੱਚ ਦੀ ਪ੍ਰਾਪਤੀ ਹੁੰਦੀ ਹੈ। ਜਿੱਥੋਂ ਸੱਚ ਦੀ ਪ੍ਰਾਪਤੀ ਹੋਵੇ ਉਸ ਨੂੰ ਵੀ ਸਤ ਸੰਗਤ ਆਖਿਆ ਜਾਂਦਾ ਹੈ।
ਸੰਤ ਸੰਗਤ, ਸੰਤ ਜਿਹੜਾ ਪਹੁੰਚਿਆ ਹੋਇਆ ਹੈ ਉਸ ਪ੍ਰਭੂ ਪਰਮਾਤਮਾ ਦੇ ਤੱਕ, ਉਹਦੀ ਸੰਗਤ ਕਰਨੀ। ਧੰਨ ਗੁਰਬਾਣੀ ਹੈ ਜਿਹੜੀ, ਇਹਨੂੰ ਫਿਰ ਸੰਤ ਮੰਨ ਲੈਂਦੇ ਆ। ਤੇ ਸੰਗਤ ਜੋ ਧੰਨ ਗੁਰੂ ਮਹਾਰਾਜ ਜੀ ਦੀ ਚਰਨ ਸ਼ਰਨ ਦੇ ਵਿੱਚ ਸਾਧ ਸੰਗਤ, ਜਿਸ ਨੇ ਆਪਣਾ ਜੀਵਨ ਸਾਧਿਆ ਹੋਇਆ ਹੈ ਉਹ ਗੁਰਮੁਖ ਪਿਆਰਾ। ਸਾਧ ਸੰਗ ਜਮਦੂਤ ਨਾ ਭੇਟਣ, ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਜਿਹਨੇ ਆਪਣਾ ਜੀਵਨ ਸਾਧਿਆ ਹੋਇਆ ਹੈ ਉਹਦੀ ਸੰਗਤ ਜੇ ਪ੍ਰਾਪਤ ਹੋ ਜਾਵੇ ਤੇ ਫਿਰ ਜਿਹੜੇ ਜਮਦੂਤ ਨੇ ਨਾ ਭੇਟਣ, ਭੇਟਣ ਦਾ ਅਰਥ ਹੁੰਦਾ ਮਿਲਣਾ, ਉਹਨਾਂ ਨਾਲ ਫਿਰ ਸਾਡੀ ਭੇਟ ਨਹੀਂ ਹੁੰਦੀ। ਭਾਵ ਜਮਦੂਤ ਨੇ ਜਿਹੜੇ, ਉਸ ਪਾਸੇ ਨਹੀਂ ਜਾਈਦਾ। ਸਾਧ ਸੰਗ ਨੂੰ ਇਸ ਤਰ੍ਹਾਂ ਸਮਝ ਲਓ, ਇੱਕ ਕਮਰੇ ਦੇ ਵਿੱਚ ਦੋ ਬੱਚੇ ਰਹਿੰਦੇ ਨੇ, ਉਹਨਾਂ ਵਿੱਚੋਂ ਇੱਕ ਬੱਚਾ ਉਹ ਨਿਤਨੇਮੀ ਹੈ, ਬਾਣੀ ਪੜ੍ਹਦਾ, ਸਿਮਰਨ ਕਰਦਾ, ਤੇ ਦੂਜਾ ਬੱਚਾ ਹੈ ਨਾ ਜਿਹੜਾ, ਇਹ ਥੋੜਾ ਜਿਹਾ ਆਲਸੀ ਹੈ। ਇਹ ਸਵੇਰੇ ਉੱਠਣ ਤੋਂ ਵੀ ਆਲਸ ਕਰਦਾ, ਨਿਤਨੇਮ ਕਰਨ ਤੋਂ ਵੀ, ਬਾਣੀ ਪੜ੍ਹਨ ਤੋਂ ਵੀ। ਹੁਣ ਇੱਕ ਜਿਹੜਾ ਉਹਨੇ ਜੀਵਨ ਸਾਧਿਆ ਹੋਇਆ ਹੈ, ਅੰਮ੍ਰਿਤ ਵੇਲੇ ਜਾਗ ਆ ਜਾਂਦੀ ਹੈ, ਨਾਮ ਬਾਣੀ ਸਿਮਰਨ ਦੇ ਨਾਲ ਜੁੜਦਾ, ਸੰਥਿਆ ਕਰਦਾ, ਕਰਾਉਂਦਾ, ਪੜ੍ਹਦਾ ਹੈ। ਇਹ ਹੁਣ ਦੂਸਰਾ ਬੱਚਾ ਜਿਹੜਾ, ਇਹਨੇ ਉਹਨੂੰ ਪ੍ਰੇਰਨਾ ਸ਼ੁਰੂ ਕਰ ਦਿੱਤਾ ਹੈ। ਜਦੋਂ ਪ੍ਰੇਰਨਾ ਸ਼ੁਰੂ ਕਰ ਦਿੱਤਾ ਤੇ ਦੂਜੇ ਨੇ ਕਿਹਾ ਭਈ ਮੇਰੇ ਤੋਂ ਤਾਂ ਨਹੀਂ ਉੱਠਿਆ ਜਾਂਦਾ, ਮੈਨੂੰ ਜਾਗ ਨਹੀਂ ਆਉਂਦੀ, ਜਦੋਂ ਤੈਨੂੰ ਜਾਗ ਆਏ ਮੈਨੂੰ ਉਠਾ ਦਿਆ ਕਰ। ਇਹ ਫਿਰ ਇਹਨੂੰ ਉਠਾਉਣ ਲੱਗ ਗਿਆ। ਹੁਣ ਸੰਗਤ ਤੇ ਇੱਕ ਸੁਧਰੇ ਹੋਏ ਦੀ ਤੇ ਇੱਕ ਨਾ ਸੁਧਰੇ ਹੋਏ ਦੀ, ਨਾ ਸੁਧਰੇ ਹੋਏ ਦੀ ਜਦੋਂ ਸੁਧਰੇ ਹੋਏ ਦੇ ਨਾਲ ਸੰਗਤ ਹੋ ਗਈ ਏ ਤੇ ਸੰਗਤ ਕਰਕੇ ਫਿਰ ਉਹ ਵੀ ਉੱਠਣ ਲੱਗ ਗਿਆ। ਹੌਲੀ ਹੌਲੀ ਫਿਰ ਸੁਭਾਅ ਜਿਹੜਾ ਉਹ ਬਦਲ ਗਿਆ। ਇਹਨੂੰ ਸਾਧ ਸੰਗ ਆਖਿਆ ਗੁਰੂ ਮਹਾਰਾਜ ਜੀ ਨੇ। ਜਿਹਨੇ ਆਪਣਾ ਜੀਵਨ ਸਾਧਿਆ, ਜੇ ਉਹਦੀ ਸੰਗਤ ਪ੍ਰਾਪਤ ਹੋ ਜਾਵੇ ਨਾ ਤੇ ਹੌਲੀ ਸਾਡਾ ਜੀਵਨ ਵੀ ਜਿਹੜਾ ਨਾ ਇਹ ਸਾਧਿਆ ਜਾਂਦਾ ਹੈ। ਤੇ ਕਈ ਵਾਰੀ ਇਸ ਤਰ੍ਹਾਂ ਹੁੰਦਾ ਹੈ, ਕਿਸੇ ਦਾ ਸਾਧਿਆ ਹੋਇਆ ਜੀਵਨ ਹੈ, ਜੇ ਉਹਨੂੰ ਮਾੜੀ ਸੰਗਤ ਮਿਲ ਜਾਵੇ ਨਾ ਤੇ ਉਹ ਮਾੜੀ ਸੰਗਤ ਵੀ ਆਪਣੇ ਵੱਲ ਕਈ ਵਾਰੀ ਖਿੱਚ ਲੈਂਦੀ ਹੈ। ਸੋ ਇਸ ਤਰ੍ਹਾਂ ਦੀਆਂ ਗੱਲਾਂ ਦਾ ਧਿਆਨ ਰੱਖਣਾ। ਜਿੱਥੇ ਮਾੜੀ ਸੰਗਤ ਆਪਣੇ ਵੱਲ ਖਿੱਚੇ ਨਾ, ਉੱਥੇ ਬਚਣ ਦਾ ਯਤਨ ਕਰੇ ਵੀ ਇੱਧਰ ਨਹੀਂ ਜਾਣਾ। ਸਾਧ ਸੰਗ ਜਿਹੜੇ ਗੁਰਮੁਖ ਪਿਆਰੇ ਧੰਨ ਗੁਰਬਾਣੀ ਦਾ ਸੰਗ ਕਰਦੇ ਨੇ, ਜਮਦੂਤ, ਉਹਨਾਂ ਨੂੰ ਫਿਰ ਜਿਹੜੇ ਜਮਦੂਤ ਨੇ ਨਾ ਭੇਟਣ, ਇਹਨਾਂ ਦੇ ਪਾਸੇ ਨਹੀਂ ਜਾਣਾ ਪੈਂਦਾ, ਇਹ ਨਹੀਂ ਮਿਲਦੇ ਹਨ ਜੀ। ਜੀਵਨ ਰੂਪ ਜੀਵਨ ਰੂਪ ਮਨੁੱਖ ਦਾ ਜਿਹੜਾ ਜੀਵਨ ਹੈ ਇਹ ਸਫਲਾ ਉਦੋਂ ਹੁੰਦਾ ਜਦੋਂ ਇਸ ਨੂੰ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਹੋ ਜਾਵੇ। ਤਾਂ ਹੀ ਇਹਨੂੰ ਜਗ ਜੀਵਨ ਆਖਿਆ ਹੈ। ਅਕਾਲ ਪੁਰਖ ਵਾਹਿਗੁਰੂ ਹੈ ਜਿਹੜਾ ਇਹ ਜਗਤ ਦੇ ਵਿੱਚ ਸਾਨੂੰ ਜੀਵਨ ਦੇਣ ਵਾਲਾ ਹੈ। ਜੀਵਨ ਰੂਪ ਪ੍ਰਭੂ ਪਰਮਾਤਮਾ ਸਾਡਾ ਜੀਵਨ ਸਵਾਰਨ ਵਾਲਾ ਹੈ, ਸਾਡੇ ਜੀਵਨ ਦਾ ਸੁੰਦਰ ਰੂਪ ਬਣਾਉਣ ਵਾਲਾ ਹੈ। ਅਨੂਪ ਦਾ ਅਰਥ ਹੁੰਦਾ ਹੈ ਜਿਸ ਦੀ ਵਡਿਆਈ ਬਿਆਨ ਕਰਕੇ ਨਾ ਦੱਸੀ ਜਾਵੇ। ਇਤਨਾ ਸੁੰਦਰ, ਇਤਨਾ ਚੰਗਾ, ਇਤਨਾ ਪਿਆਰਾ ਹੋਵੇ ਕਿ ਸਾਡੇ ਕੋਲ ਲਫ਼ਾਜ਼ ਹੀ ਨਾ ਹੋਣ ਵੀ ਅਸੀਂ ਉਸ ਦੀ ਵਡਿਆਈ ਕਰ ਸਕੀਏ। ਤੇ ਦਿਆਲਾ ਦਾ ਅਰਥ ਹੁੰਦਾ ਦਇਆ ਦੇ ਵਿੱਚ ਰਹਿਣ ਵਾਲਾ, ਦਇਆ ਦਾ ਸਾਗਰ। ਜੀਵਨ ਰੂਪ ਉਹ ਪ੍ਰਭੂ ਪਰਮਾਤਮਾ ਦਾ ਜਿਹੜਾ ਨਾਮ ਹੈ ਉਹ ਸਾਡੇ ਜੀਵਨ ਨੂੰ ਸੁੰਦਰ ਰੂਪ ਦੇਣ ਵਾਲਾ ਹੈ। ਤੇ ਰੂਪ ਕਿਤਨਾ ਕੁ ਸੁੰਦਰ ਦੇ ਦਿੰਦਾ ਹੈ। ਅਨੂਪ ਉਸ ਜੀਵਨ ਦੀ ਜਿਹੜੀ ਉਪਮਾ ਫਿਰ ਬਿਆਨ ਨਹੀਂ ਕੀਤੀ ਜਾ ਸਕਦੀ। ਦਇਆਲਾ, ਇਸ ਤਰ੍ਹਾਂ ਉਹ ਅਕਾਲ ਪੁਰਖ ਵਾਹਿਗੁਰੂ ਸਾਡੇ ਤੇ ਦਇਆ ਕਰਨ ਵਾਲਾ ਹੈ। ਦੂਜਾ ਇਸ ਦਾ ਅਰਥ ਇਸ ਤਰ੍ਹਾਂ ਸਮਝ ਲੈਣਾ, ਜੀਵਨ ਰੂਪ ਸਾਡੇ ਸਾਰਿਆਂ ਦਾ ਉਹ ਜੀਵਨ ਰੂਪ ਹੈ। ਅਨੂਪ ਬੜੀ ਸੁੰਦਰਤਾਈ ਵਾਲਾ ਹੈ। ਦਇਆਲਾ ਤੇ ਸਾਰਿਆਂ ਦੇ ਉੱਤੇ ਦਇਆ ਕਰਨ ਵਾਲਾ ਹੈ ਜੀ। ਰਾਵਣ ਗੁਣਾ ਕੱਟਿਆ। ਰਮਨ ਦਾ ਅਰਥ ਹੁੰਦਾ ਹੈ ਆਪਣੇ ਜੀਵਨ ਦੇ ਵਿੱਚ ਵਸਾ ਲੈਣਾ। ਰਮਨ ਸ਼ਬਦ ਹੈ ਜਿਹੜਾ ਇਹ ਰਮਨ ਤੋਂ ਬਣਿਆ। ਜਿਵੇਂ ਅਸੀਂ ਖੇਤ ਨੂੰ ਪਾਣੀ ਲਾਉਂਦੇ ਹਾਂ ਤੇ ਕਹਿ ਦਿੰਦੇ ਹਾਂ ਅਸੀਂ ਜ਼ਮੀਨ ਰਮਾ ਆਏ ਹਾਂ, ਪਾਣੀ ਲਾ ਆਏ ਹਾਂ। ਜਦੋਂ ਖੇਤ ਨੂੰ ਪਾਣੀ ਲਾਇਆ ਇੱਕ ਵਾਰੀ ਪਾਣੀ ਲੱਗਦਾ ਜ਼ਰੂਰ ਦਿਸਦਾ, ਬਾਅਦ ਦੇ ਵਿੱਚ ਮਿੱਟੀ ਹੈ ਜਿਹੜੀ ਉਸ ਪਾਣੀ ਨੂੰ ਆਪਣੇ ਵਿੱਚ ਸੰਕੋਚ ਲੈਂਦੀ ਹੈ, ਆਪਣੇ ਵਿੱਚ ਸਮੋਹ ਲੈਂਦੀ ਹੈ। ਜਦੋਂ ਮਿੱਟੀ ਪਾਣੀ ਨੂੰ ਆਪਣੇ ਵਿੱਚ ਸਮਾਉਂਦੀ ਹੈ ਤੇ ਉਹਦਾ ਫਿਰ ਜਿਹੜਾ ਆਕਾਰ ਕਿਰਤੀ ਹੈ ਨਾ ਉਹ ਗਿੱਲੀ ਹੋ ਜਾਂਦੀ ਹੈ। ਗਿੱਲੀ ਮਿੱਟੀ ਹੈ ਜਿਹੜੀ ਉਹ ਫਿਰ ਮੁਲਾਇਮ ਹੁੰਦੀ ਹੈ। ਇਸੇ ਤਰ੍ਹਾਂ ਧੰਨ ਗੁਰੂ ਮਹਾਰਾਜ ਜੀ ਨੇ ਸਾਨੂੰ ਦੱਸਿਆ ਰਮਨ ਗੁਣਾ ਕੱਟੀਏ ਜਮ ਜਾਲਾ। ਜਦੋਂ ਅਸੀਂ ਧੰਨ ਗੁਰਬਾਣੀ ਨੂੰ ਪੜ੍ਹਦੇ ਹਾਂ ਉਸ ਪ੍ਰਭੂ ਪਰਮਾਤਮਾ ਦੇ ਗੁਣਾਂ ਨੂੰ ਆਪਣੇ ਜੀਵਨ ਦੇ ਵਿੱਚ ਰਮਨ ਕਰ ਲੈਂਦੇ ਹਾਂ। ਇਹ ਗੱਲ ਬੜੀ ਡੂੰਘਾਈ ਵਾਲੀ ਹੈ। ਜੇ ਕਿਤੇ ਸਮਝ ਆ ਜਾਵੇ ਤੇ ਜੀਵਨ ਵੀ ਬਣ ਸਕਦਾ ਹੈ। ਰਮਨ ਗੁਣਾ, ਅਸੀਂ ਕਿਸੇ ਦੇ ਪਾਸ ਬੈਠੇ ਹਾਂ,
ਜਦੋਂ ਕਿਸੇ ਦੇ ਪਾਸ ਬੈਠੇ ਆ, ਉਹਨੇ ਬਹੁਤ ਚੰਗੀ ਗੱਲ ਸਾਨੂੰ ਦੱਸੀ ਏ, ਅਸੀਂ ਉਹ ਚੰਗੀ ਗੱਲ ਸੁਣ ਲਈਏ, ਬੜੇ ਸਵਾਦ ਦੇ ਨਾਲ ਸੁਣੀਏ, ਬੜੇ ਚਸਕੇ ਦੇ ਨਾਲ ਸੁਣੀਏ। ਜਦੋਂ ਸੁਣੀਏ, ਉੱਠ ਕੇ ਗਏ ਆ ਤੇ ਕੱਪੜੇ ਝਾੜ ਕੇ ਚਲੇ ਗਏ, ਉਹ ਗੱਲ ਉੱਥੇ ਹੀ ਰਹਿ ਗਈ ਏ। ਇਹ ਅਸੀਂ ਰਮਨ ਨਹੀਂ ਕੀਤਾ। ਗੱਲ ਨੂੰ ਸੁਣਿਆ ਜ਼ਰੂਰ ਹੈ, ਪਰ ਇਹਨੂੰ ਰਮਨ ਨਹੀਂ ਕੀਤਾ। ਤੇ ਜਿਹੜਾ ਰਮਨ ਕਰ ਲੈਂਦਾ, ਇਹਨੇ ਜਦੋਂ ਗੱਲ ਸੁਣੀ ਇਹਨੇ ਵੀ ਬੜੇ ਇੰਟਰਸਟ ਦੇ ਨਾਲ ਕੋਈ ਸਾਖੀ, ਕੋਈ ਕਹਾਣੀ ਸੁਣੀ ਹੈ, ਪਰ ਇਹਨੇ ਉੱਥੇ ਛੱਡੀ ਨਹੀਂ, ਉਸ ਨੂੰ ਆਪਣੇ ਅੰਦਰ ਰਵਣ ਕਰ ਲਿਆ। ਉਹ ਗੁਣ ਜਿਹੜਾ ਉਹਨੂੰ ਆਪਣੇ ਜੀਵਨ ਦੇ ਵਿੱਚ ਧਾਰਨ ਕਰ ਲਿਆ ਹੈ। ਜੇ ਨਹੀਂ ਸਮਝ ਆਈ ਤੇ ਇਸ ਤਰ੍ਹਾਂ ਸਮਝ ਲੈਂਦੇ ਆ, ਕੋਈ ਗੁਰਮੁਖ ਪਿਆਰਾ ਹੈ, ਉਹ ਬੜੇ ਝੂਠ ਮਾਰਦਾ ਹੈ, ਚੋਰੀਆਂ ਵੀ ਕਰਦਾ ਹੈ। ਅਖੀਰ ਇੱਕ ਵਾਰੀ ਨਾ ਉਹ ਫੜਿਆ ਗਿਆ ਹੈ। ਜਦੋਂ ਫੜਿਆ ਗਿਆ ਹੈ ਤੇ ਜੱਜ ਨੇ ਉਹਨੂੰ ਆਖਿਆ, ਤੇਰੀ ਆਖਰੀ ਖਵਾਇਸ਼ ਕੀ ਹੈ? ਤੈਨੂੰ ਹੁਣ ਫਾਂਸੀ ਲੱਗੇਗੀ, ਤੂੰ ਮੈਨੂੰ ਆਖਰੀ ਖਵਾਇਸ਼ ਦੱਸ। ਇਹ ਕਹਿੰਦਾ ਵੀ ਮੈਂ ਆਖਰੀ ਸਮੇਂ ਨਾ ਆਪਣੀ ਮਾਂ ਨੂੰ ਮਿਲਣਾ, ਮੇਰੀ ਹੋਰ ਕੋਈ ਵੀ ਖਵਾਇਸ਼ ਨਹੀਂ ਹੈਗੀ। ਉਹਨਾਂ ਨੇ ਕਿਹਾ ਚਲੋ ਠੀਕ ਹੈ, ਹੁਣ ਮੁਲਾਕਾਤ ਹੋ ਗਈ ਹੈ। ਜਦੋਂ ਮੁਲਾਕਾਤ ਹੋਈ ਹੈ ਤੇ ਇਹਦੀ ਮਾਂ ਆਈ ਹੈ, ਇਹਨੇ ਮਾਂ ਨੂੰ ਕਿਹਾ ਕੰਨ ਕਰ, ਮੈਂ ਤੈਨੂੰ ਕੋਈ ਗੱਲ ਦੱਸਣੀ ਹੈ। ਹੁਣ ਜਾਲੀ ਹੁੰਦੀ, ਆਪਾਂ ਨੂੰ ਸਾਰਿਆਂ ਨੂੰ ਪਤਾ, ਇੱਕ ਕੈਦੀ ਹੈ, ਇੱਕ ਬਾਹਰ ਹੈ। ਜਿਹੜਾ ਬਾਹਰ ਹੈ ਉਹ ਜਾਲੀ ਦੇ ਅੰਦਰ ਦੇ ਜਿਹੜਾ ਹੈ ਕੈਦੀ, ਉਹਨੂੰ ਕੇਵਲ ਜਾਲੀ ਦੇ ਨਾਲ ਹੀ ਸੰਪਰਕ ਬਣਾ ਸਕਦਾ ਹੈ। ਇਹਨੇ ਜਾਲੀ ਦੇ ਨੇੜੇ ਜਦੋਂ ਕੰਨ ਕੀਤਾ ਤੇ ਕੰਨ ਅੰਦਰ ਗਿਆ ਤੇ ਇਹਨੇ ਨਾ ਉਹ ਕੰਨ ਨੂੰ ਆਪਣੇ ਮੂੰਹ ਦੇ ਵਿੱਚ ਲੈ ਲਿਆ ਤੇ ਕੰਨ ਜਿਹੜਾ ਉਹ ਵੱਢ ਕੇ ਖਾ ਗਿਆ। ਉਹ ਚੀਕਾਂ ਝਗਾੜਾ ਮਾਰਦੀ ਏ, ਛਡਾਇਆ ਪਰ ਇਹ ਨਹੀਂ ਛੱਡਿਆ ਨਹੀਂ। ਪੁੱਛਿਆ ਗਿਆ ਵੀ ਤੂੰ ਇਹ ਕਿਉਂ ਕੀਤਾ? ਇਹ ਕਹਿੰਦਾ ਭਈ ਇਹਦਾ ਕੰਨ ਮੈਂ ਤਾਂ ਖਾਧਾ ਹੈ, ਜਿੱਦਣ ਮੈਂ ਪਹਿਲੇ ਦਿਨ ਚੋਰੀ ਕੀਤੀ ਸੀ ਤੇ ਇਹ ਬੜੀ ਖੁਸ਼ ਹੋਈ ਸੀ, ਇਹਨੇ ਮੈਨੂੰ ਸ਼ਾਬਾਸ਼ੇ ਦਿੱਤੀ ਸੀ ਤੇ ਉਹ ਸ਼ਾਬਾਸ਼ੇ ਜਿਹੜੀ ਉਹਨੇ ਅੱਜ ਮੈਨੂੰ ਫਾਂਸੀ ਤੇ ਲਟਕਾ ਦਿੱਤਾ ਹੈ। ਹੁਣ ਜੇ ਇਹਦੀ ਮਾਂ ਇਹਨੂੰ ਸ਼ਾਬਾਸ਼ੇ ਨਾ ਦਿੰਦੀ, ਉਸੇ ਦਿਨ ਹੀ ਆਪਣੇ ਪੁੱਤਰ ਦਾ ਕੰਨ ਫੜ ਲੈਂਦੀ ਤੇ 5-7 ਥੱਪੜੇ ਮਾਰਦੀ, ਕਹਿੰਦੀ ਖਬਰਦਾਰ ਜੇ ਅੱਜ ਤੋਂ ਬਾਅਦ ਚੋਰੀ ਕੀਤੀ ਤੇ ਬੱਚੇ ਨੇ ਸੁਧਰ ਜਾਣਾ ਸੀ। ਇਹਨੂੰ ਕਹਿੰਦੇ ਨੇ ਗੁਣ ਰਮਨ। ਹੁਣ ਮਾਂ ਨੇ ਜਿਸ ਤਰ੍ਹਾਂ ਦਾ ਪੁੱਤਰ ਨੂੰ ਗੁਣ ਦਿੱਤਾ, ਉਹਦੇ ਅੰਦਰ ਉਹ ਗੁਣ ਜਿਹੜਾ ਹੈ ਇੱਕ ਜੀਵਨ ਦਾ ਹਿੱਸਾ ਬਣ ਗਿਆ, ਉਹਦੀ ਆਦਤ ਬਣ ਗਈ ਹੈ। ਰਮਨ ਗੁਣਾ ਕੱਟੀਏ ਜਮਜਾਲਾ। ਜਦੋਂ ਅਸੀਂ ਇਸ ਤਰ੍ਹਾਂ ਦੀਆਂ ਸਾਖੀਆਂ ਸੁਣਦੇ ਹਾਂ, ਧੰਨ ਗੁਰਬਾਣੀ ਨੂੰ ਪੜ੍ਹਦੇ ਹਾਂ, ਗੁਰਬਾਣੀ ਸੁਣਦੇ ਹਾਂ, ਇਹਨਾਂ ਵਿੱਚੋਂ ਜਿਹੜੇ ਚੰਗੇ ਗੁਣ ਨੇ ਉਹ ਸਾਡਾ ਜੀਵਨ ਬਦਲ ਦਿੰਦੇ ਨੇ। ਪਰ ਬਦਲਣਗੇ ਤਾਂ ਜੇ ਉਹਨਾਂ ਗੁਣਾਂ ਨੂੰ ਅਸੀਂ ਆਪਣੇ ਜੀਵਨ ਦੇ ਵਿੱਚ ਵਸਾਵਾਂਗੇ। ਰਮਨ ਗੁਣਾ ਕੱਟੀਏ ਜਮਜਾਲਾ। ਗੁਰਬਾਣੀ ਪੜ੍ਹਨ ਦੇ ਨਾਲ ਸਾਡਾ ਇਤਨਾ ਭਲਾ ਨਹੀਂ ਹੁੰਦਾ ਜਿਤਨਾ ਗੁਰਬਾਣੀ ਦੇ ਅੰਦਰੋਂ ਗੁਣਾਂ ਨੂੰ ਧਾਰਨ ਕਰਨ ਦੇ ਨਾਲ ਹੁੰਦਾ ਹੈ। ਜੇ ਗੁਰਬਾਣੀ ਪੜ੍ਹਾਂਗੇ ਤੇ ਗੁਣ ਫਿਰ ਹੀ ਧਾਰਨ ਕਰਾਂਗੇ। ਤੇ ਜੇ ਅਸੀਂ ਇੱਕ ਆਦਤ ਬਣਾ ਲਈ ਵੀ ਅਸੀਂ ਤਾਂ ਗੁਰਬਾਣੀ ਪੜ੍ਹੀ ਜਾਣਾ ਹੈ, ਤੇ ਫਿਰ ਗੁਰੂ ਮਹਾਰਾਜ ਜੀ ਨੇ ਇਸ ਦੇ ਪਰਥਾਏ ਵੀ ਲਿਖੇ ਹੈ, ਕੜਛੀਆਂ ਫਿਰਨ ਸੁਆਓ ਨਾ ਜਾਣਨ ਸੁਣੀਆਂ। ਕੜਛੀਆਂ ਤਾਂ ਫਿਰਦੀਆਂ ਨੇ ਸਬਜ਼ੀ ਦੇ ਵਿੱਚ, ਪਰ ਉਹ ਸਵਾਦ ਨਹੀਂ ਦੱਸ ਸਕਦੀਆਂ। ਉਸੇ ਤਰ੍ਹਾਂ ਫਿਰ ਸਾਡਾ ਸੁਭਾਅ ਕੜਛੀਆਂ ਵਰਗਾ ਬਣ ਗਿਆ। ਸੀ ਗੁਰੂ ਦੇ ਜਿਹੜੇ ਗੁਣ ਨੇ ਉਹਨਾਂ ਨੂੰ ਤਾਂ ਰਮਨ ਕੀਤਾ ਹੀ ਨਹੀਂ, ਆਪਣੇ ਜੀਵਨ ਦੇ ਵਿੱਚ ਧਾਰਨ ਹੀ ਨਹੀਂ ਕੀਤਾ, ਜੀਵਨ ਦੇ ਵਿੱਚ ਵਸਾਏ ਹੀ ਨਹੀਂ। ਸੋ ਗੁਰੂ ਮਹਾਰਾਜ ਜੀ ਇੱਥੇ ਸਾਨੂੰ ਇਹ ਦੱਸਦੇ ਨੇ, ਜੀਵਨ ਰੂਪ ਉਹ ਪ੍ਰਭੂ ਪਰਮਾਤਮਾ ਜੀਵਨ ਰੂਪ ਹੈ, ਸਾਨੂੰ ਜੀਵਨ ਦੇਣ ਵਾਲਾ ਹੈ। ਉੱਚਾ ਤੇ ਸੁੱਚਾ ਜੀਵਨ ਹੈ ਜਿਹੜਾ ਉਸ ਵਾਹਿਗੁਰੂ ਪਰਮਾਤਮਾ ਦੀ ਕਿਰਪਾ ਦੇ ਨਾਲ ਸਾਨੂੰ ਮਿਲਦਾ ਹੈ। ਤੇ ਉਹ ਪਰਮਾਤਮਾ ਜਿਹੜਾ ਬੜਾ ਸੁੰਦਰ ਹੈ, ਅਨੂਪ ਦਾ ਅਰਥ ਹੁੰਦਾ ਬੜਾ ਸੁੰਦਰ, ਦਇਆਲਾ। ਉਹ ਦਇਆਲੂ ਹੈ, ਸਾਡੇ ਤੇ ਦਇਆ ਕਰਦਾ ਹੈ। ਭਾਵ ਸਾਡੇ ਜਿਹੜੇ ਔਗਣ ਨੇ ਨਾ ਉਹ ਨਹੀਂ ਚਿਤਾਰਦਾ। ਜਿਹੜਾ ਦਇਆਲੂ ਮਨੁੱਖ ਹੁੰਦਾ ਨਾ, ਮੰਨ ਲਓ ਕਿਸੇ ਤੋਂ ਗਲਤੀ ਹੋ ਗਈ ਏ ਤੇ ਉਹਨੇ ਦੋਵੇਂ ਹੱਥ ਜੋੜ ਕੇ ਦਇਆਲੂ ਨੂੰ ਆਖਿਆ ਵੀ ਮੇਰੇ ਤੋਂ ਗਲਤੀ ਹੋ ਗਈ, ਮੈਨੂੰ ਮਾਫ ਕਰ ਦੇ। ਤੇ ਉਹ ਆਖੂਗਾ ਚੱਲ ਕੋਈ ਗੱਲ ਨਹੀਂ, ਤੈਨੂੰ ਮਾਫ ਕੀਤਾ, ਅੱਗੇ ਤੋਂ ਧਿਆਨ ਰੱਖੀ। ਤੇ ਜਿੰਦੇ ਅੰਦਰ ਦਇਆ ਨਹੀਂ ਨਾ, ਉਹ ਫਿਰ ਇਹ ਆਖੇਗਾ ਵੀ ਤੇਰਾ ਤਾਂ ਰੋਜ਼ ਪਿਛਲੀਆਂ ਕਈ ਗੱਲਾਂ ਪੱਟ ਲੇਗਾ, ਤੂੰ ਫਲਾਣੇ ਸਮੇਂ ਵੀ ਐਂ ਕੀਤਾ, ਢਿੰਗੜੇ ਸਮੇਂ ਵੀ ਐਂ ਕੀਤਾ, ਤੂੰ ਤਾਂ ਹੈਗਾ ਹੀ ਇਸ ਤਰ੍ਹਾਂ ਦਾ ਹੈ। ਇਹ ਦਇਆਲੂ ਨਹੀਂ ਹੈਗਾ। ਉਹ ਪ੍ਰਭੂ ਪਰਮਾਤਮਾ ਦਇਆਲੂ ਹੈ। ਜਦੋਂ ਅਸੀਂ ਝੁਕ ਜਾਂਦੇ ਹਾਂ ਨਾ ਉਹਦੇ ਅੱਗੇ, ਤੇ ਗੁਨਾਹ ਉਹਦੇ ਅੱਗੇ ਆਣ ਕੇ ਦੱਸ ਦਿੰਦੇ ਆ ਵੀ ਸਾਡੇ ਤੋਂ ਹੋ ਗਿਆ ਤੇ ਤੂੰ ਕਿਰਪਾ ਕਰ ਬਖਸ਼ ਲਾ, ਉਦੋਂ ਹੀ ਬਖਸ਼ ਲੈਂਦਾ ਹੈ। ਅਸੀਂ ਫਿਰ ਗੁਨਾਹ ਕਰਦੇ ਨੇ, ਉਹ ਫਿਰ ਬਖਸ਼ ਲੈਂਦਾ ਹੈ।
ਜੀਵਨ ਰੂਪ ਅਨੂਪ ਦਿਆਲਾ। ਇਸ ਤਰ੍ਹਾਂ ਉਹ ਦਿਆਲੂ ਕਿਰਪਾਲੂ ਹੈ ਤੇ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ। ਹੁਣ ਜੀਵਨ ਰੂਪ, ਸਾਡਾ ਜੀਵਨ ਰੂਪ ਕਿਵੇਂ ਬਣੇ, ਸਾਡਾ ਜੀਵਨ ਜਿਹੜਾ ਹੈ ਸੋਹਣਾ ਕਿਵੇਂ ਬਣੇ, ਸਫਲਤਾਈ ਵਾਲਾ, ਰਮਨ ਗੁਣਾ। ਉਸ ਪ੍ਰਭੂ ਪਰਮਾਤਮਾ ਦੇ ਗੁਣ ਨੇ ਜਿਹੜੇ, ਉਹਨਾਂ ਨੂੰ ਆਪਣੇ ਜੀਵਨ ਦੇ ਵਿੱਚ ਰਮਨ ਕਰਨਾ ਪਏਗਾ। ਜਿਵੇਂ ਜ਼ਮੀਨ ਦੇ ਵਿੱਚ ਨਾ ਪਾਣੀ ਹੈ ਜਿਹੜਾ ਉਹ ਰਮਾ ਹੋ ਜਾਂਦਾ ਤੇ ਫਸਲ ਫਿਰ ਉੱਗਦੀ ਹੈ। ਕੱਟੀਏ ਜੰਮ ਜਾਲਾ, ਤੇ ਜਮਾਂ ਦਾ ਜਿਹੜਾ ਜਾਲ ਹੈ ਇਹ ਫਿਰ ਕੱਟਿਆ ਜਾਏਗਾ। ਜੰਮ ਜਾਲਾ ਜਿਹੜਾ ਜੰਮਣ ਮਰਨ ਵਾਲਾ ਜਾਲ ਹੈ ਇਹ ਭਾਈ ਫਿਰ ਕੱਟਿਆ ਜਾਂਦਾ ਹੈ ਜਦੋਂ ਅਸੀਂ ਧੰਨ ਗੁਰਬਾਣੀ ਦੇ ਅੰਦਰ ਜੋ ਪ੍ਰਭੂ ਪਰਮਾਤਮਾ ਨੇ ਗੁਣ ਦਿੱਤੇ ਨੇ ਨਾ, ਉਹਨਾਂ ਨੂੰ ਆਪਣੇ ਜੀਵਨ ਦੇ ਵਿੱਚ ਵਸਾ ਲੈਂਦੇ ਹਾਂ ਜੀ। ਅੰਮ੍ਰਿਤ ਨਾਮ ਰਸਨ ਨਿਤ ਜਾਪੇ। ਧੰਨ ਗੁਰੂ ਜੀ ਰਹਿਮਤ ਕਰਦੇ ਨੇ, ਪ੍ਰਭੂ ਪਰਮਾਤਮਾ ਦਾ ਨਾਮ ਹੈ ਇਹ ਭਾਈ ਅੰਮ੍ਰਿਤਮਈ ਨਾਮ ਹੈ ਤੇ ਰਸਨ ਦਾ ਅਰਥ ਹੁੰਦਾ ਜ਼ਬਾਨ। ਨਿਤ ਜਾਪੇ, ਆਪਣੀ ਰਸਨਾ ਦੇ ਨਾਲ, ਆਪਣੀ ਜ਼ੁਬਾਨ ਦੇ ਨਾਲ ਉਸ ਪ੍ਰਭੂ ਪਰਮਾਤਮਾ ਦੇ ਨਾਮ ਨੂੰ ਨਿਤਾ ਪ੍ਰਤੀ ਜਪਣਾ ਕਰੇ ਜੀ। ਮਾਇਆ ਨਾ ਵਿਆਪੇ। ਜਿਹੜਾ ਗੁਰਮੁਖ ਪਿਆਰਾ ਉਸ ਪ੍ਰਭੂ ਪਰਮਾਤਮਾ ਦੇ ਨਾਮ ਦੇ ਨਾਲ ਜੁੜਿਆ ਹੈ, ਆਪਣੀ ਰਸਨਾ ਦੇ ਨਾਲ ਨਿਤਾ ਪ੍ਰਤੀ ਉਸ ਦੇ ਨਾਮ ਨੂੰ ਜਪਦਾ ਹੈ, ਰੋਗ ਉਹਨੂੰ ਫਿਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਰੋਗ ਨੇ ਨਾ ਇਹ ਨਹੀਂ ਲੱਗਦੇ। ਰੂਪ ਤੇ ਦੁਨੀਆ ਦਾ ਕੋਈ ਵੀ ਕਿੰਨਾ ਸੋਹਣਾ ਸਰੂਪ ਹੋਵੇ ਉਹਨੂੰ ਮੋਹ ਨਹੀਂ ਸਕਦਾ। ਮਾਇਆ, ਉਹਨੂੰ ਮਾਇਆ ਨਹੀਂ ਛੱਡ ਸਕਦੀ। ਨਾ ਵਿਆਪੇ, ਇਹ ਤਿੰਨ ਚੀਜ਼ਾਂ ਨੇ ਜਿਹੜੀਆਂ ਫਿਰ ਉਸ ਨੂੰ ਇਹ ਵਿਆਪਦੀਆਂ ਨਹੀਂ। ਰੋਗ ਵਿਕਾਰ ਨੇ ਜਿਹੜੇ ਇਹ ਰੋਗ ਨੇ, ਤੇ ਰੂਪ ਜਿਹੜੀਆਂ ਸੰਸਾਰ ਦੇ ਅੰਦਰ ਅਨੇਕ ਪ੍ਰਕਾਰ ਦੀਆਂ ਰੂਪ ਵਾਲੀਆਂ ਸੁੰਦਰਤਾਈ ਵਾਲੀਆਂ ਪਦਾਰਥ ਚੀਜ਼ਾਂ ਵਸਤੂਆਂ ਨੇ ਜਾਂ ਹੋਰ ਨੇ, ਇਹ ਫਿਰ ਮਨ ਨੂੰ ਮੋਹ ਨਹੀਂ ਸਕਦੀਆਂ। ਮਾਇਆ ਤੇ ਮਾਇਆ ਜਿਹੜੀ ਇਹ ਵੀ ਨਹੀਂ ਮੋਹ ਸਕਦੀ। ਨਾ ਵਿਆਪੇ, ਇਹ ਤਿੰਨੇ ਨੇ ਜਿਹੜੀਆਂ ਨਾਮ ਜਪਣ ਵਾਲੇ ਨੂੰ, ਨਾਮ ਦਾ ਅਭਿਆਸ ਕਰਨ ਵਾਲੇ ਨੂੰ ਨਹੀਂ ਵਿਆਪਦੀਆਂ ਹਨ ਜੀ। ਜਪ ਗੋਬਿੰਦ ਸੰਗੀ ਸਭ ਤਾਰੇ। ਧੰਨ ਗੁਰੂ ਮਹਾਰਾਜ ਜੀ ਕਿਰਪਾ ਕਰਦੇ ਨੇ, ਜਪਣਾ ਕਰੀਏ ਉਸ ਪ੍ਰਭੂ ਪਰਮਾਤਮਾ ਦੇ ਨਾਮ ਨੂੰ। ਸੰਗੀ ਸਭ ਤਾਰੇ, ਜਿਹਨੇ ਜਪਿਆ ਹੈ ਨਾ ਉਹਨੇ ਆਪਣੇ ਸੰਗੀ ਵੀ ਤਾਰ ਲੈਣੇ। ਭਾਵ ਨਾਮ ਜਪਣ ਵਾਲੇ ਦੀ ਸੰਗਤ ਕਰਨ ਦੇ ਨਾਲ ਵੀ ਸਾਡਾ ਭਲਾ ਹੋ ਜਾਂਦਾ ਹੈ। ਜੇ ਇੱਕ ਪਰਿਵਾਰ ਦੇ ਵਿੱਚ 10 ਮੈਂਬਰ ਨੇ ਨਾ, ਉਹਨਾਂ 10 ਦੇ ਵਿੱਚੋਂ ਜੇ ਇੱਕ ਵੀ ਪ੍ਰਭੂ ਪਰਮਾਤਮਾ ਦੇ ਨਾਮ ਦਾ ਅਭਿਆਸ ਕਰਦਾ ਤੇ ਉਹ 10 ਦੇ 10 ਮੈਂਬਰਾਂ ਦਾ ਭਲਾ ਹੋ ਜਾਣਾ ਹੈ। ਜਪ ਗੋਬਿੰਦ, ਧੰਨ ਗੁਰੂ ਜੀ ਰਹਿਮਤ ਕਰਦੇ ਨੇ, ਜਪਣਾ ਕਰੀਏ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ। ਸੰਗੀ ਸਭ ਤਾਰੇ, ਤੇ ਉਸ ਦੇ ਨਾਮ ਦੇ ਨਾਲ ਭਾਈ ਜਿਤਨੀ ਵੀ ਸੰਗਤ ਨਾਲ ਰਹਿੰਦੀ ਏ ਸਾਰਿਆਂ ਦਾ ਭਲਾ ਹੋ ਜਾਂਦਾ ਹੈ ਜੀ। ਬੋਹਤ ਨਾਹੀ ਪੰਜ ਬਟਵਾਰੇ। ਬਟਵਾਰੇ ਦਾ ਅਰਥ ਹੁੰਦਾ ਰਸਤੇ ਦੇ ਵਿੱਚ ਤੁਰੇ ਜਾਂਦਿਆਂ ਨੂੰ ਠੱਗ ਲੈਣ ਵਾਲੇ, ਉਹਨੂੰ ਬਟਵਾਰਾ ਆਖਿਆ ਜਾਂਦਾ ਹੈ। ਜਿਵੇਂ ਬਾਲਮੀਕ ਬਟਵਾਰਾ, ਇਹਨੂੰ ਬਾਲਮੀਕ ਬਟਵਾਰਾ ਤਾਂ ਆਖਿਆ ਜਾਂਦਾ ਸੀ, ਬਾਲਮੀਕ ਇਹਦਾ ਨਾਂ ਸੀ, ਤੇ ਬਟਵਾਰਾ ਇਹ ਰਸਤੇ ਦੇ ਜਾਂਦਿਆਂ ਨੂੰ ਲੁੱਟ ਲਿਆ ਕਰਦਾ ਸੀ। ਬਾਅਦ ਦੇ ਵਿੱਚ ਫਿਰ ਇੱਕ ਵਾਰੀ ਸਾਧੂ ਸਨ ਜਿਹੜੇ, ਉਹਨਾਂ ਦੇ ਨਾਲ ਇਹਦਾ ਸੰਪਰਕ ਹੋਇਆ, ਇਹਨੇ ਸਾਧੂਆਂ ਨੂੰ ਵੀ ਲੁੱਟਣਾ ਚਾਹਿਆ ਤੇ ਉਹ ਸਾਧੂਆਂ ਨੇ ਇਹਦਾ ਜੀਵਨ ਬਦਲ ਦਿੱਤਾ ਸੀ। ਫਿਰ ਇਹ ਬਾਲਮੀਕ ਰਿਸ਼ੀ ਬਣ ਗਿਆ ਸੀ, ਪਰ ਇਹਦੇ ਨਾਂ ਦੇ ਨਾਲ ਬਾਲਮੀਕ ਬਟਵਾਰਾ ਜਿਹੜਾ ਉਹ ਵੀ ਪ੍ਰਚਲਿਤ ਤੇ ਜਿਵੇਂ ਸਦਨੇ ਦੇ ਨਾਲ ਕਸਾਈ ਲੱਗਿਆ ਹੋਇਆ ਹੈ। ਸੋ ਧੰਨ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਪੋਹਤ ਨਾਹੀ ਪੰਜ ਬਟਵਾਰੇ। ਇਹ 5 ਠੱਗ ਕਿਹੜੇ ਨੇ ਜਿਹੜੇ ਸਾਨੂੰ ਰਸਤੇ ਦੇ ਵਿੱਚ ਤੁਰੇ ਜਾਂਦਿਆਂ ਨੂੰ ਲੁੱਟ ਲੈਂਦੇ ਨੇ? ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ 5 ਨੇ ਬਟਵਾਰੇ ਜਿਹੜੇ ਸਾਨੂੰ ਰਸਤੇ ਦੇ ਵਿੱਚ ਤੁਰੇ ਜਾਂਦਿਆਂ ਨੂੰ ਲੁੱਟ ਲੈਂਦੇ ਨੇ। ਸਾਡਾ ਜਿਹੜਾ ਸਰੀਰ ਏ ਇਹ ਧਰਤੀ ਦੇ ਉੱਤੇ ਬਣੀਆਂ ਹੋਈਆਂ ਸੜਕਾਂ ਤੇ ਰਸਤਿਆਂ ਤੇ ਤੁਰਦਾ ਹੈ, ਤੇ ਮਨ ਜਿਹੜਾ ਇਹ ਸਮੇਂ ਦੇ ਵਿੱਚ ਵਿਚਰਦਾ ਹੈ। ਮਨ ਜਿਹੜਾ ਇਹ ਕਾਲ ਦੇ ਵਿੱਚ ਵਿਚਰਦਾ ਹੈ, ਤੇ ਸਰੀਰ ਜਿਹੜਾ ਇਹ ਵਰਤਮਾਨ ਦੇ ਵਿੱਚ ਵਿਚਰਦਾ ਹੈ। ਇਹ 3 ਨੇ, ਕਾਲ, ਅਕਾਲ ਤੇ ਵਰਤਮਾਨ। ਇਹ ਨਾ ਥੋੜੀ ਜੀ ਗੱਲ ਬੜੀ ਡੰਗਾਈ ਵਾਲੀ, ਪਰ ਸਮਾਂ ਉਧਰ ਜਿਹੜਾ ਨਾ ਉਹ ਆਪਣੇ ਹਿਸਾਬ ਦੇ ਨਾਲ ਅੱਗੇ ਅੱਗੇ ਵਧੀ ਜਾਂਦਾ ਹੈ। ਥੋੜਾ ਜਿਹਾ ਸਮਾਂ ਲਾਵਾਂਗੇ, ਆਪਾਂ ਸਮਝਣ ਦਾ ਯਤਨ ਕਰਾਂਗੇ। ਹੁਣ ਸ਼ਬਦ ਅੱਗੇ ਆ ਗਏ ਨੇ, ਕਾਲ, ਅਕਾਲ ਤੇ ਵਰਤਮਾਨ। ਕਾਲ ਕਹਿੰਦੇ ਨੇ ਸਮੇਂ ਨੂੰ, ਅਕਾਲ ਕਹਿੰਦੇ ਨੇ ਸਮੇਂ ਤੋਂ ਬਾਹਰ, ਜਿਹੜਾ ਸਮੇਂ ਦੀ ਪਾਬੰਦੀ ਦੇ ਵਿੱਚ ਨਹੀਂ ਹੈਗਾ। ਜਿਹੜਾ ਸਾਡਾ ਮਨ ਹੈ ਇਹ ਸਮੇਂ ਦੇ ਵਿੱਚ ਤੁਰਦਾ ਹੈ, ਤੇ ਜਿਹੜਾ ਸਾਡਾ ਸਰੀਰ ਹੈ ਇਹ ਵਰਤਮਾਨ ਦੇ ਵਿੱਚ ਤੁਰਦਾ ਹੈ। ਅਸੀਂ ਹੁਣ ਵਰਤਮਾਨ ਦੇ ਵਿੱਚ ਆ, ਪਿੱਛੇ ਬਚਪਨੇ ਦੇ ਵਿੱਚ ਨਹੀਂ ਜਾ ਸਕਦੇ।
ਮਨ ਜਿਹੜਾ ਇਹ ਪਿੱਛੇ ਬਚਪਨੇ ਦੇ ਵਿੱਚ ਚਲਾ ਜਾਏਗਾ। ਇਹਨੂੰ ਬਚਪਨੇ ਦੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਸਾਰੀਆਂ ਯਾਦ ਆ ਜਾਣਗੀਆਂ, ਪਿਛਲੇ ਸਾਰੇ ਖਿਆਲ ਆ ਜਾਣਗੇ, ਅੱਗੇ ਦੇ ਵੀ ਖਿਆਲ ਇਹ ਕਰਦਾ ਰਹਿੰਦਾ ਹੈ। ਮਨ ਜਿਹੜਾ ਇਹ ਸਮੇਂ ਦੇ ਵਿੱਚ ਤੁਰਦਾ ਹੈ ਤੇ ਸਰੀਰ ਹੈ ਜਿਹੜਾ ਇਹ ਵਰਤਮਾਨ ਦੇ ਵਿੱਚ ਤੁਰਦਾ ਹੈ। ਜਦੋਂ ਮਨ ਵਰਤਮਾਨ ਦੇ ਵਿੱਚ ਤੁਰਨ ਲੱਗ ਜਾਵੇ ਸਰੀਰ ਦੇ ਨਾਲ ਹੀ, ਤੇ ਫਿਰ ਇਹਨੂੰ ਕਹਿੰਦੇ ਨੇ ਇਕਾਗਰ ਬਿਰਤੀ ਹੋ ਗਈ ਹੈ। ਇਹ ਫਿਰ ਅਕਾਲ ਬਣ ਗਿਆ, ਭਾਵ ਸਮੇਂ ਚੋਂ ਬਾਹਰ ਨਿਕਲ ਗਿਆ। ਜਦੋਂ ਤੱਕ ਮਨ ਵਰਤਮਾਨ ਦੇ ਵਿੱਚ ਨਹੀਂ ਆਉਂਦਾ, ਦੋ ਚੀਜ਼ਾਂ ਨੇ ਦੋਵੇਂ ਇਕੱਠੀਆਂ ਜਦੋਂ ਨਹੀਂ ਹੁੰਦੀਆਂ, ਇਸੇ ਨੂੰ ਧੰਨ ਗੁਰਬਾਣੀ ਦੇ ਅੰਦਰ ਫਰਮਾਨ ਕੀਤਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ, ਇੱਕ ਮਨ ਇੱਕ ਚਿੱਤ। ਮਨ ਤੇ ਚਿੱਤ ਦਾ ਇੱਕ ਹੋ ਜਾਣਾ। ਚੇਤੇ ਜਿਹੜਾ ਪਿੱਛੇ ਦੀਆਂ ਗੱਲਾਂ ਨੂੰ ਚੇਤੇ ਕਰਦਾ ਹੈ, ਮਨ ਜਿਹੜਾ ਇਹ ਅੱਗੇ ਦੀਆਂ ਜਿਹੜੀਆਂ ਸਕੀਮਾਂ ਨੇ ਉਹਨਾਂ ਨੂੰ ਸੋਚਦਾ ਰਹਿੰਦਾ, ਕੱਲ ਨੂੰ ਇਸ ਤਰ੍ਹਾਂ ਕਰ ਦੇਣਾ, ਪਰਸੋਂ ਇਸ ਤਰ੍ਹਾਂ ਕਰ ਦੇਣਾ ਹੈ। ਜਦੋਂ ਅਸੀਂ ਨਾਮ ਜਪਦੇ ਹਾਂ, ਬਾਣੀ ਪੜ੍ਹਦੇ ਹਾਂ, ਉਦੋਂ ਵੀ ਸਾਡੇ ਅੰਦਰ ਦੀ ਹਾਲਤ ਇਸੇ ਤਰ੍ਹਾਂ ਬਣੀ ਰਹਿੰਦੀ। ਉਹ ਸਰੀਰ ਤੇ ਵਰਤਮਾਨ ਦੇ ਵਿੱਚ ਬਾਣੀ ਪੜ੍ਹੀ ਜਾਂਦਾ ਹੈ, ਸਿਮਰਨ ਕਰੀ ਜਾਂਦਾ ਹੈ, ਪਰ ਮਨ ਜਿਹੜਾ ਉਹ ਵਰਤਮਾਨ ਦੇ ਵਿੱਚ ਨਹੀਂ, ਉਹ ਕਾਲ ਦੇ ਵਿੱਚ ਚਲਾ ਗਿਆ, ਜਾਂ ਅੱਗੇ ਚਲਾ ਗਿਆ ਜਾਂ ਪਿੱਛੇ ਚਲਾ ਗਿਆ, ਉਹ ਵਰਤਮਾਨ ਦੇ ਵਿੱਚ ਰੁਕਦਾ ਨਹੀਂ। ਵਰਤਮਾਨ ਦਾ ਅਰਥ ਹੁੰਦਾ ਵਰਤੋਂ ਦੇ ਵਿੱਚ ਆਉਣਾ। ਵਰਤਨਾ ਇਹ ਸੰਸਕ੍ਰਿਤੀ ਭਾਸ਼ਾ ਦਾ ਸ਼ਬਦ ਹੈ। ਵਰਤਨਾ ਵਰਤੋਂ ਦੇ ਵਿੱਚ ਆਉਣਾ। ਵਰਤਮਾਨ ਜੋ ਅਸੀਂ ਵਰਤ ਰਹੇ ਹਾਂ, ਸਰੀਰ ਨੂੰ ਤਾਂ ਸਹੀ ਵਰਤ ਰਹੇ ਹਾਂ ਅਸੀਂ ਵਰਤਮਾਨ ਦੇ ਵਿੱਚ, ਪਰ ਮਨ ਸਾਡਾ ਸਹੀ ਨਹੀਂ ਵਰਤਿਆ ਜਾ ਰਿਹਾ। ਇਹ ਕਦੀ ਅੱਗੇ ਚਲਾ ਜਾਂਦਾ, ਕਦੀ ਪਿੱਛੇ ਚਲਾ ਜਾਂਦਾ ਹੈ। ਜਦੋਂ ਮਨ ਵੀ ਵਰਤਮਾਨ ਦੇ ਵਿੱਚ ਰਹਿਣ ਲੱਗ ਜਾਵੇ ਸਰੀਰ ਦੇ ਨਾਲ, ਤੇ ਫਿਰ ਬਿਰਤੀ ਹੈ ਜਿਹੜੀ ਉਹ ਇਕਾਗਰ ਹੋ ਜਾਂਦੀ ਹੈ। ਫਿਰ ਇਹ ਅਕਾਲ ਦੇ ਵਿੱਚ ਸਮੇਂ ਚੋਂ ਬਾਹਰ ਨਿਕਲ ਜਾਂਦਾ ਹੈ। ਹੁਣ ਧੰਨ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਪੋਹਤ ਨਾਹੀ ਪੰਜ ਬਟਵਾਰੇ। ਜਿਹੜਾ ਗੁਰਮੁਖ ਪਿਆਰਾ ਇਕਾਗਰ ਬਿਰਤੀ ਦੇ ਨਾਲ ਉਸ ਪ੍ਰਭੂ ਪਰਮਾਤਮਾ ਦਾ ਨਾਮ ਜਪਦਾ, ਸਿਮਰਨ ਕਰਦਾ ਨਾ, ਉਹਨੂੰ ਇਹ ਪੰਜ ਵਕਾਰ ਨੇ ਜਿਹੜੇ ਫਿਰ ਗੁਰੂ ਮਾਰਗ ਤੇ ਤੁਰਦੇ ਹੋਏ ਨੂੰ ਲੁੱਟ ਨਹੀਂ ਸਕਦੇ ਹਨ ਜੀ। ਮਨ ਬਾਚ ਕਰਮ ਪ੍ਰਭ ਏਕ ਧਿਆਏ। ਅਸੀਂ ਤਿੰਨ ਤਰ੍ਹਾਂ ਕਰਕੇ ਕਿਰਿਆ ਕਰਦੇ ਹਾਂ, ਇੱਕ ਮਨ ਦੇ ਨਾਲ, ਤੇ ਇੱਕ ਜ਼ਬਾਨ ਦੇ ਨਾਲ, ਵਚਨਾਂ ਦੇ ਨਾਲ, ਤੇ ਇੱਕ ਕਰਮ ਸਰੀਰ ਦੇ ਨਾਲ। ਅਸੀਂ ਤਿੰਨ ਤਰ੍ਹਾਂ ਕਰਕੇ ਕਿਰਿਆ ਕਰਦੇ ਹਾਂ। ਮਨ ਦੇ ਨਾਲ ਕੁਝ ਨਾ ਕੁਝ ਸੋਚਦੇ ਰਹਿੰਦੇ ਹਾਂ, ਅੱਗੇ ਦੀ ਸੋਚਾਂਗੇ ਜਾਂ ਪਿੱਛੇ ਦੀ ਸੋਚਾਂਗੇ, ਤੇ ਬਾਅਦ 'ਚ ਵਚਨਾਂ ਦੇ ਨਾਲ, ਜ਼ਬਾਨ ਦੇ ਨਾਲ ਬੋਲ ਕੇ ਜਿਹੜਾ ਹੈ ਉਹ ਵੀ ਅਸੀਂ ਕਿਰਿਆ ਕਰਦੇ ਹਾਂ। ਕਿਸੇ ਨੂੰ ਜ਼ੁਬਾਨ ਦੇ ਨਾਲ ਬੋਲ ਕੇ ਕਹਿ ਦਿੱਤਾ ਤੂੰ ਇਸ ਤਰ੍ਹਾਂ ਕਰ ਲਾ, ਕਿਸੇ ਨੂੰ ਕਹਿ ਦਿੱਤਾ ਤੂੰ ਇਸ ਤਰ੍ਹਾਂ ਕਰ ਲਾ, ਮੈਂ ਇਸ ਤਰ੍ਹਾਂ ਕਰ ਲਵਾਂਗਾ। ਤੇ ਕਰਮ ਕਿਰਿਆ ਜੋ ਅਸੀਂ ਹੱਥਾਂ ਪੈਰਾਂ ਦੇ ਨਾਲ ਆਪ ਕਰਦੇ ਹਾਂ। ਤਿੰਨ ਤਰ੍ਹਾਂ ਕਰਕੇ ਕਿਰਿਆ ਕਰਦੇ ਹਾਂ। ਹੁਣ ਗੁਰੂ ਮਹਾਰਾਜ ਜੀ ਰਹਿਮਤ ਕਰਦਾ, ਮਨ ਦੇ ਵਿੱਚ ਵੀ ਨਾਮ ਚੱਲਦਾ ਹੋਵੇ ਤੇ ਬਚਨਾਂ ਦੇ ਵਿੱਚ ਵੀ ਨਾਮ ਚੱਲਦਾ ਹੋਵੇ, ਤੇ ਕਿਰਿਆ ਜਿਹੜੀ ਉਹ ਵੀ ਨਾਮ ਵਾਲੀ ਹੋਵੇ। ਪ੍ਰਭ ਏਕ ਧਿਆਏ, ਭਾਵ ਸਰੀਰ ਵੀ ਵਰਤਮਾਨ ਦੇ ਵਿੱਚ ਤੇ ਮਨ ਜਿਹੜਾ ਉਹ ਵੀ ਵਰਤਮਾਨ ਦੇ ਵਿੱਚ ਆ ਜਾਵੇ, ਤੇ ਜ਼ਬਾਨ ਹੈ ਜਿਹੜੀ ਫਿਰ ਇਹ ਵੀ ਵਰਤਮਾਨ ਦੇ ਵਿੱਚ ਰਹਿਣ ਲੱਗ ਜਾਂਦੀ ਹੈ। ਪ੍ਰਭ ਏਕ ਧਿਆਏ, ਇਸ ਤਰ੍ਹਾਂ ਉਸ ਪ੍ਰਭੂ ਪਰਮਾਤਮਾ ਇੱਕ ਨੂੰ ਧਿਆਉਣਾ ਹੁੰਦਾ ਹੈ। ਕਈ ਵਾਰੀ ਨਾ ਅਸੀਂ ਕਿਸੇ ਸੰਤ ਮਹਾਤਮਾ ਦੇ ਕੋਲ ਜਾਂਦੇ ਹਾਂ ਤੇ ਸਾਡੇ ਅੰਦਰ ਦੀ ਇੱਕ ਖੁਆਇਸ਼ ਹੁੰਦੀ ਹੈ, ਇੱਕ ਗੱਲ ਹੁੰਦੀ ਹੈ ਵੀ ਇਹ ਸਾਨੂੰ ਇਹ ਦੱਸ ਦੇ ਕੱਲ ਨੂੰ ਕੀ ਹੋਣਾ ਹੈ, ਪਰਸੋਂ ਨੂੰ ਕੀ ਹੋਣਾ ਹੈ, 6 ਮਹੀਨਿਆਂ ਨੂੰ ਕੀ ਹੋਣਾ ਹੈ। ਤੇ ਗੁਰੂ ਨਾਨਕ ਦੇਵ ਜੀ ਸੱਚੇ ਸਤਿਗੁਰੂ ਨੇ ਗੁਰਬਾਣੀ ਦੇ ਅੰਦਰ ਸਾਨੂੰ ਦੱਸਿਆ, ਜੇ ਹੋ ਜਾਣਾ ਆਖਾਂ ਨਹੀਂ। ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਜੇ ਮੈਂ ਜਾਣਦਾ ਵੀ ਆ ਤੇ ਫਿਰ ਵੀ ਨਹੀਂ ਆਖਣਾ। ਜੇ ਹੋ ਜਾਣਾ ਆਖਾਂ ਨਹੀਂ। ਆਖਣਾ ਕਿਉਂ ਨਹੀਂ? ਕਹਿਣਾ ਕਥਨ ਨਾ ਜਾਈ। ਉਹਨੂੰ ਕਹਿ ਕੇ ਕੱਥ ਕੇ ਅਸੀਂ ਦੱਸ ਨਹੀਂ ਸਕਦੇ, ਕਿਉਂਕਿ ਉਹਦਾ ਕੀ ਪਤਾ, ਇਤਨਾ ਵਿਸ਼ਾਲ ਹੈ, ਇਤਨਾ ਮਹਾਨ ਹੈ, ਸਾਡੇ ਕੋਲ ਲਫ਼ਾਜ਼ ਹੀ ਨਹੀਂ ਹੈਗੇ ਜਿਹੜੇ ਲਫ਼ਜ਼ਾਂ ਦੇ ਨਾਲ ਅਸੀਂ ਉਹਨੂੰ ਬਿਆਨ ਕਰ ਦਈਏ। ਬਾਕੀ ਉਹਦੀ ਸ਼ਰਤ ਹੀ ਇਹ ਹੈ, ਉਹ ਕਹਿੰਦਾ ਮੈਂ ਤੈਨੂੰ ਦਰਸ਼ਨ ਦਿਆਂਗਾ, ਮੇਰੀ ਪ੍ਰਾਪਤੀ ਹੋ ਜਾਏਗੀ, ਪਰ ਮੇਰੀ ਸ਼ਰਤ ਇਹ ਹੈ ਤੂੰ ਕਿਸੇ ਨੂੰ ਭੇਤ ਨਹੀਂ ਦੇਣਾ। ਜਿੰਨੇ ਪਾਇਓ ਤਿੰਨੇ ਛਪਾਇਓ। ਜੇ ਤਾਂ ਤੂੰ ਮੈਨੂੰ ਲੁਕੋ ਲਵੇਂਗਾ ਪਾ ਕੇ ਤੇ ਫਿਰ ਤਾਂ ਮੈਂ ਤੇਰਾ, ਤੇ ਨਹੀਂ ਤੇ ਫਿਰ ਤੇਰਾ ਤੇ ਮੇਰਾ ਮੇਲ ਹੀ ਕੋਨੀ। ਇਸੇ ਤਰ੍ਹਾਂ ਮਨ ਬਚ ਕਰਮ, ਮਨ ਕਰਕੇ, ਵਚਨਾ ਕਰਕੇ ਤੇ ਸਰੀਰ ਦੀ ਕਿਰਿਆ ਕਰਕੇ ਪ੍ਰਭ ਏਕ ਧਿਆਏ, ਇੱਕ ਪ੍ਰਭੂ ਪਰਮਾਤਮਾ ਦੇ ਨਾਲ ਜੁੜੇ ਰਹਿਣਾ ਹੈ। ਇਸ ਤੋਂ ਬਾਹਰ ਨਹੀਂ ਜਾਣਾ ਹੈ ਜੀ। ਸਰਬ ਫਲਾ ਸੋਈ ਜਨ ਪਾਏ। ਉਸ ਨੂੰ ਸਾਰੇ ਫਲ ਪ੍ਰਾਪਤ ਹੋ ਜਾਣਗੇ। ਸਰਬ ਫਲਾ, ਸਾਰੇ ਪ੍ਰਕਾਰ ਦੇ ਫਲ ਨੇ ਨਾ ਜਿਹੜੇ ਉਸ ਗੁਰਮੁਖ ਪਿਆਰੇ ਨੂੰ ਫਿਰ ਪ੍ਰਾਪਤ ਹੋ ਜਾਂਦੇ ਹਨ। ਧਾਰ ਅਨੁਗ੍ਰਹ ਆਪਣਾ ਪ੍ਰਭ ਕੀਨਾ।
ਅਨੁਗ੍ਰਹ ਦਾ ਅਰਥ ਹੁੰਦਾ ਹੈ ਬਿਨਾਂ ਵੇਖੇ ਤੋਂ ਪਿਆਰ ਹੋ ਜਾਣਾ, ਕੇਵਲ ਨਾਮ ਸੁਣ ਕੇ ਪਿਆਰ ਹੋ ਜਾਣਾ। ਜਿਵੇਂ ਪੁਰਾਣੇ ਸਮੇਂ ਦੇ ਵਿੱਚ ਬੱਚੇ ਦਾ ਕੋਈ ਕਾਰਜ ਹੁੰਦਾ ਸੀ ਨਾ, ਤੇ ਮਾਤਾ ਪਿਤਾ ਜਿਹੜੇ ਸਨ ਉਹ ਜਾ ਕੇ ਚਾਚੇ ਤਾਏ ਜਾਂ ਕੋਈ ਨਾਈ ਆਦਿਕ ਜਿਹੜੇ ਹੁੰਦੇ ਸਨ, ਲਾਗੀ ਆਦਿਕ, ਉਹ ਰਿਸ਼ਤਾ ਕਰ ਆਉਂਦੇ ਤੇ ਬੱਚੀ ਨੂੰ ਕੇਵਲ ਨਾ ਹੀ ਦੱਸਿਆ ਜਾਂਦਾ ਸੀ ਵੀ ਤੇਰੇ ਘਰ ਦੇ ਦਾ ਨਾਂ ਆਏ, ਉਹ ਵੀ ਨਾ ਉਸ ਦੀਆਂ ਸਹੇਲੀਆਂ ਜਾਂ ਕੋਈ ਘਰ ਵਿੱਚ ਹੋਰ ਪਰਿਵਾਰ ਜਿਹੜੇ ਉਹਦੇ ਯੋਗ ਹੁੰਦੇ ਸਨ ਉਹ ਦੱਸਦੇ ਸਨ। ਹੁਣ ਇਹ ਬੱਚੀ ਨੇ ਆਪਣੇ ਪਰਿਵਾਰ ਨੂੰ, ਆਪਣੇ ਪਤੀ ਨੂੰ ਵੇਖਿਆ ਨਹੀਂ, ਪਰ ਉਸ ਦਾ ਨਾਂ ਸੁਣਿਆ, ਨਾਂ ਸੁਣ ਕੇ ਇਹਨੂੰ ਉਸ ਦੇ ਨਾਲ ਪਿਆਰ ਹੋ ਗਿਆ। ਧਾਰ ਅਨੁਗ੍ਰਹੋ, ਇਹਨੂੰ ਕਹਿੰਦੇ ਨੇ ਅਨੁਗ੍ਰਹੋ। ਅਨਗ੍ਰਹੋ ਨਹੀਂ ਵੇਖਿਆ, ਗ੍ਰਹਿਣ ਨਹੀਂ ਕੀਤਾ। ਗ੍ਰਹੋ ਦਾ ਅਰਥ ਹੈ ਗ੍ਰਹਿਣ ਕਰਨਾ ਤੇ ਅਣ ਦਾ ਅਰਥ ਹੈ ਨਹੀਂ, ਗ੍ਰਹਿਣ ਨਹੀਂ ਕੀਤਾ। ਧਾਰ ਅਨੁਗ੍ਰਹੋ ਆਪਣਾ ਪ੍ਰਭ ਕੀਨਾ, ਹੈ ਮੇਰੇ ਸੱਚੇ ਸਤਿਗੁਰ ਜੀ, ਤੂੰ ਸਾਡੇ ਅੰਦਰ ਤੇਰੇ ਨਾਮ ਦੇ ਜਪਣ ਦੇ ਨਾਲ ਹੀ ਤੇਰੀ ਪ੍ਰੀਤ ਪ੍ਰਾਪਤ ਕਰ ਲਈਏ ਤੇ ਕਿਰਪਾ ਕੀਤੀ ਸਾਨੂੰ ਆਪਣਾ ਬਣਾ ਲਿਆ ਹੈ ਜੀ। ਕੇਵਲ ਨਾਮ ਭਗਤ ਰਸ ਦੀਨਾ, ਤੇ ਆਪਣੇ ਭਗਤਾਂ ਨੂੰ ਤੂੰ ਭਗਤੀ ਦਾ ਰਸ ਪ੍ਰਾਪਤ ਕੀਤਾ। ਕੇਵਲ ਨਾਮ, ਹੁਣ ਭਗਤ ਨੇ ਜਿਹੜੇ ਉਹਨਾਂ ਦੇ ਅੰਦਰ ਕੇਵਲ ਪ੍ਰਭੂ ਪਰਮਾਤਮਾ ਦਾ ਨਾਮ ਹੈ ਜਿਹੜਾ, ਉਸ ਦੀ ਭਗਤੀ ਕਰਦੇ ਆ, ਰਸ ਜਿਹੜਾ ਆਉਂਦਾ ਹੈ ਜੀ। ਆਦ ਮਦ ਅੰਤ ਪ੍ਰਭ ਸੋਈ, ਆਦ ਸ਼ੁਰੂ ਤੋਂ ਮੱਧ ਵਿਚਾਲੇ ਤੇ ਅੰਤ, ਤਿੰਨ ਸਮੇਂ ਨੇ ਮਨੁੱਖ ਦੇ ਜਨਮ ਲੈਂਦਾ, ਉਹਨੂੰ ਆਦ ਆਖਿਆ। ਮੱਧ ਜਦੋਂ ਵਿਚਾਲਾ ਹੋ ਜਾਂਦਾ, ਜੀਵਨ ਦਾ ਕੋਈ ਵੀ ਹੋ ਸਕਦਾ, ਤੇ ਅੰਤ ਜਦੋਂ ਸਰੀਰ ਛੱਡਦਾ। ਪ੍ਰਭ ਸੋਈ ਭਾਵ ਤਿੰਨਾਂ ਕਾਲਾਂ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਆਪ ਹੀ ਹੈ ਜੀ। ਨਾਨਕ ਤਿਸ ਬਿਨ ਅਵਰ ਨ ਕੋਈ, ਧੰਨ ਗੁਰੂ ਜੀ ਰਹਿਮਤ ਕਰਦੇ ਨੇ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾਂ ਹੋਰ ਕੋਈ ਨਹੀਂ। ਹਰ ਵਕਤ ਹਰ ਸਮੇਂ ਉਹ ਪ੍ਰਭੂ ਪਰਮਾਤਮਾ ਹੈ। ਤਿੰਨਾਂ ਕਾਲਾਂ ਦੇ ਚਿਤਰੇ ਕਾਲ ਆਬਾਦ ਦਰਸ਼ੀਏ ਸੱਚਾ ਸਤਿਗੁਰ, ਇਤਨੀ ਕੁ ਸੇਵਾ ਸੰਗਤ ਨੇ ਪ੍ਰਵਾਨ ਕਰਨੀ। ਸੱਚੇ ਸਤਿਗੁਰ ਕਿਰਪਾ ਕਰਨ। ਆਪ ਜੀ ਦਾ ਸਰਵਣ ਕੀਤਾ, ਦਾਸਰਿਆਂ ਦੀਆਂ ਵਿਚਾਰਾਂ ਕੀਤੀਆਂ। ਧੰਨ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਸਭ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ। ਦੇਹੋ ਸੱਜਣ ਅਚੇਲ।